ਵੈਲਕਮ ਟੂ ਲਰਨ ਵਿਦ ਲੂਸੀਅਨ। ਸੋ ਦੋਸਤੋ, ਜਿੱਦਾਂ ਤੁਹਾਨੂੰ ਪਤਾ ਹੈ ਕਿ ਆਪਾਂ ਲੂਸੈਂਟ ਬੁੱਕ ਨੂੰ ਪੰਜਾਬੀ ਦੇ ਵਿੱਚ ਐਕਸਪਲੇਨ ਕਰ ਰਹੇ ਹਾਂ। ਤਾਂ ਆਪਣੀ ਯੂਨੀਵਰਸਲ ਜੋਗਰਾਫੀ ਦਾ ਜਿਹੜਾ ਹੈਗਾ ਉਹ ਪਾਰਟ ਚੱਲ ਰਿਹਾ ਸੀ। ਤਾਂ ਲਾਸਟ ਲੈਕਚਰ ਦੇ ਵਿੱਚ ਆਪਾਂ ਨੇ ਪਲੈਨਟਸ ਦੇ ਬਾਰੇ ਕੁਝ ਫੈਕਟ ਪੜ੍ਹੇ ਸੀਗੇ ਕਿ ਪਲੈਨਟ ਕੀ ਹੁੰਦਾ ਹੈ, ਇਹਨਾਂ ਦੀਆਂ ਕੀ ਵਿਸ਼ੇਸ਼ਤਾਵਾਂ ਹੁੰਦੀਆਂ ਨੇ, ਇਹਨਾਂ ਦੀ ਕੀ ਤਰਤੀਬ ਹੈ, ਸੀਕੁਐਂਸ ਕੀ ਹੈ ਸੋਲਰ ਸਿਸਟਮ ਦੇ ਵਿੱਚ। ਇਸ ਤੋਂ ਬਿਨਾਂ ਆਪਾਂ ਪੜ੍ਹੇ ਸੀਗੇ ਵੱਡਾ ਪਲੈਨਟ ਸਭ ਤੋਂ ਕਿਹੜਾ ਹੈ, ਛੋਟਾ ਪਲੈਨਟ ਕਿਹੜਾ, ਇਹਨਾਂ ਦੀ ਸਾਈਜ਼ ਦੇ ਅਕੋਰਡਿੰਗ ਸੀਕੁਐਂਸ ਪੜ੍ਹੀ ਸੀ। ਇਸ ਤੋਂ ਬਿਨਾਂ ਆਪਾਂ ਨੇ ਪੜ੍ਹਿਆ ਸੀ ਦੋ ਤਰ੍ਹਾਂ ਦੀ ਜਿਹੜੀ ਕਲਾਸੀਫਿਕੇਸ਼ਨ ਹੁੰਦੀ ਆ ਤੁਹਾਡੇ ਪਲੈਨਟਸ ਦੀ। ਇੱਕ ਹੁੰਦੇ ਨੇ ਤੁਹਾਡੇ ਰੌਕੀ ਪਲੈਨਟਸ ਅਤੇ ਇੱਕ ਹੁੰਦੇ ਨੇ ਗੈਸੀ ਪਲੈਨਟਸ, ਅਤੇ ਦੋਨੇ ਪੜ੍ਹੇ ਸੀਗੇ। ਤਾਂ ਤੁਸੀਂ ਅਗਰ ਪਿਛਲਾ ਲੈਕਚਰ ਜਿਹੜਾ ਹੈਗਾ ਉਹ ਨਹੀਂ ਦੇਖਿਆ ਪਲੈਨਟਸ ਵਾਲਾ ਜਾਂ ਉਸ ਤੋਂ ਪਹਿਲਾਂ ਵਾਲੇ ਵੀ, ਤਾਂ ਪਲੀਜ਼ ਉਹਨਾਂ ਨੂੰ ਸਾਰਿਆਂ ਨੂੰ ਦੇਖ ਲਓ, ਕਿਉਂਕਿ ਇਹ ਲੈਕਚਰ ਦੇਖਣ ਦਾ ਤਾਂ ਹੀ ਫਾਇਦਾ ਜੇ ਤੁਸੀਂ ਪਿਛਲੇ ਲੈਕਚਰ ਨੇ ਜਿਹੜੇ ਉਹਨਾਂ ਨੂੰ ਦੇਖ ਚੁੱਕੇ ਹੋ। ਸੋ ਆਪਾਂ ਸ਼ੁਰੂ ਕਰਦੇ ਹਾਂ ਨੈਕਸਟ ਜਿਹੜਾ ਆਪਣਾ ਟੌਪਿਕ ਹੈ। ਸੋ ਨੈਕਸਟ ਆਪਾਂ ਪਲੈਨਟਸ ਬਾਰੇ ਕੰਟੀਨਿਊ ਕਰਦੇ ਹਾਂ ਜੀ। ਕੱਲ੍ਹ ਆਪਾਂ ਨੇ ਟੋਟਲੀ ਪਲੈਨਟਸ ਕੀ ਹੁੰਦੇ ਨੇ ਜਾਂ ਇਹਨਾਂ ਦੇ ਕੀ ਕਰੈਕਟਰਿਸਟਿਕਸ ਹੁੰਦੇ ਨੇ ਉਹ ਪੜ੍ਹੇ ਸੀ, ਅਤੇ ਅੱਜ ਆਪਾਂ ਇੱਕ ਇੱਕ ਕਰਕੇ 1 ਬਾਏ 1 ਜਿਹੜੇ ਹੈਗੇ ਪਲੈਨਟਸ ਉਹਨਾਂ ਨੂੰ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਪੜ੍ਹਾਂਗੇ ਕਿ ਉਹਨਾਂ ਦੇ ਕੀ ਵਿਸ਼ੇਸ਼ਤਾਵਾਂ ਨੇ, ਕੀ ਉਹਨਾਂ ਦੇ ਵਿੱਚ ਮਟੀਰੀਅਲ ਆ, ਜਾਂ ਜੋ ਵੀ ਉਹਨਾਂ ਬਾਰੇ ਯਾਦ ਰੱਖਣ ਯੋਗ ਗੱਲਾਂ ਨੇ ਉਹ ਆਪਾਂ ਇੱਕ ਵਾਰੀ ਪੜ੍ਹ ਲੈਂਦੇ ਹਾਂ। ਤਾਂ ਆਪਾਂ ਸ਼ੁਰੂ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਆਪਣੀ ਸੀਕੁਐਂਸ ਦੇ ਸਭ ਤੋਂ ਪਹਿਲੇ ਪਲੈਨਟ ਦੇ ਨਾਲ ਜਿਹੜਾ ਕਿ ਹੈਗਾ ਮਰਕਰੀ। ਤਾਂ ਕਹਿੰਦਾ ਜੀ ਮਰਕਰੀ ਬਾਰੇ ਕੁਝ ਗੱਲਾਂ ਲਿਖੀਆਂ ਹੋਈਆਂ ਨੇ। ਸਭ ਤੋਂ ਪਹਿਲਾ ਪੁਆਇੰਟ ਜਿਹੜਾ ਹੈਗਾ ਉਹ ਕਹਿੰਦਾ ਕਿ ਜਿਹੜਾ ਮਰਕਰੀ ਹੈ ਇਹ ਕਲੋਜ਼ੈਸਟ ਟੂ ਦਾ ਸਨ ਹੈ। ਮਤਲਬ ਕੀ ਹੈ, ਸਨ ਦੇ ਸਭ ਤੋਂ ਨੇੜੇ ਦਾ ਪਲੈਨਟ ਆ ਜਿਹੜਾ ਉਹ ਮਰਕਰੀ ਹੈ, ਕਿਉਂਕਿ ਸੀਕੁਐਂਸ ਦੇ ਵਿੱਚ ਸਭ ਤੋਂ ਪਹਿਲਾਂ ਵਾ ਸੂਰਜ ਦੀ ਤਰਫੋਂ, ਤਾਂ ਇਹ ਨੇੜੇ ਦਾ ਸਾਰਿਆਂ ਨਾਲੋਂ ਆਪਣੇ ਆਪ ਹੀ ਹੋ ਗਿਆ। ਅੱਗੇ ਕਹਿੰਦਾ ਜੀ ਇਹ ਐਕਸਟ੍ਰੀਮਲੀ ਹੌਟ ਪਲੈਨਟ ਹੈ, ਮਤਲਬ ਕੀ ਕਹਿੰਦਾ ਬੇਹੱਦ ਗਰਮ ਜਿਹੜਾ ਹੈਗਾ ਗ੍ਰਹਿ ਆ। ਇਹ ਵੀ ਬਿਲਕੁਲ ਜਾਇਜ਼ ਗੱਲ ਹੈ ਜੀ, ਕਿਉਂਕਿ ਸੂਰਜ ਦੇ ਸਭ ਤੋਂ ਨੇੜੇ ਹੈ, ਤਾਂ ਸੂਰਜ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਜਿਹੜੀ ਹੈਗੀ ਉਹ ਪ੍ਰੋਡਿਊਸ ਕਰਦਾ ਅਤੇ ਉਹਨੂੰ ਬਾਹਰ ਵੀ ਛੱਡਦਾ। ਤਾਂ ਇਹ ਨੇੜੇ ਹੋਣ ਕਰਕੇ ਸਭ ਤੋਂ ਗਰਮ ਜਿਹੜਾ ਹੈਗਾ, ਸਭ ਤੋਂ ਗਰਮ ਨਹੀਂ ਤੁਸੀਂ ਕਹਿ ਸਕਦੇ, ਕਿਉਂਕਿ ਸਭ ਤੋਂ ਗਰਮ ਪਲੈਨਟ ਹੋਰ ਆ, ਇਹ ਬਹੁਤ ਜ਼ਿਆਦਾ ਗਰਮ ਆ। ਸੂਰਜ ਦੇ ਨੇੜੇ ਹੋਣ ਕਰਕੇ ਸੂਰਜ ਦੀ ਗਰਮੀ ਜਿਹੜੀ ਹੈਗੀ ਉਹ ਬਹੁਤ ਜ਼ਿਆਦਾ ਸੋਖਦਾ ਹੈ, ਇਸ ਲਈ ਇਹ ਕਾਫੀ ਜ਼ਿਆਦਾ ਬਹੁਤ ਜ਼ਿਆਦਾ ਗਰਮ ਜਿਹੜਾ ਹੈਗਾ ਉਹ ਪਲੈਨਟ ਹੈ। ਤਾਂ ਅੱਗੇ ਕਹਿੰਦਾ ਜੀ ਇਹਦੇ 'ਤੇ ਕੋਈ ਪਾਣੀ ਦਾ ਨਿਸ਼ਾਨ ਨਹੀਂ ਹੈਗਾ। ਦਾ ਪਲੈਨਟ ਹੈਜ਼ ਨੋ ਵਾਟਰ ਔਨ ਇਟ। ਤਾਂ ਚਲੋ ਇਹ ਵੀ ਪੁਆਇੰਟ ਹੈ ਜੀ ਕਿ ਜਿਹੜਾ ਮਰਕਰੀ ਆ ਇਹਦੇ 'ਤੇ ਪਾਣੀ ਜਿਹੜਾ ਹੈਗਾ ਉਹ ਨਹੀਂ ਪਾਇਆ ਜਾਂਦਾ ਹੈਗਾ। ਹੋਰ ਗੈਸਾਂ ਵਗੈਰਾ ਪਾਈਆਂ ਜਾਂਦੀਆਂ ਨੇ, ਬਟ ਪਾਣੀ ਦਾ ਜਿਹੜਾ ਹੈਗਾ ਕੋਈ ਵੀ ਨਾਮ ਨਿਸ਼ਾਨ ਨਹੀਂ ਹੈਗਾ। ਉਸ ਤੋਂ ਬਾਅਦ ਕਹਿੰਦਾ ਵਾ ਕਿ ਮਰਕਰੀ ਦੇ ਉੱਤੇ ਇਹ ਵਾਲੀਆਂ ਗੈਸਾਂ ਨੇ ਜਿਹੜੀਆਂ ਕਿਹੜੀਆਂ ਕਿਹੜੀਆਂ ਨੇ ਜੀ। CO2 ਹੈ ਤੁਹਾਡੀ, ਇਹ ਹੁੰਦੀ ਆ ਤੁਹਾਡੀ ਕਾਰਬਨ ਡਾਈਆਕਸਾਈਡ। N2 ਆ, ਅਤੇ ਤੁਹਾਡੀ ਇਹ ਹੈਗੀ ਆ ਨਾਈਟ੍ਰੋਜਨ। ਅੱਗੇ ਤੁਹਾਡੀ ਆ ਗਈ ਹਾਈਡਰੋਜਨ ਅਤੇ ਆਕਸੀਜਨ। ਕਹਿੰਦਾ ਇਹ ਵੀ ਜਿਹੜੀਆਂ ਗੈਸਾਂ ਨੇ ਇਹ ਵੀ ਮਰਕਰੀ ਦੇ ਉੱਤੇ ਹੈ ਨਹੀਂ ਗੀਆਂ, ਤਾਂ ਜਿਨ੍ਹਾਂ ਦੇ ਨਾਲ ਕਹਿ ਲਓ ਵੀ ਲਾਈਫ ਜਿਹੜੀ ਹੈਗੀ ਆ, ਜੀਵਨ ਦੀ ਉਤਪੱਤੀ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੇ, ਚਾਹੇ ਉਹ ਪੌਦਿਆਂ ਦੀ ਹੋਵੇ, ਚਾਹੇ ਉਹ ਜੀਵ ਜੰਤੂਆਂ ਦੀ ਹੋਵੇ, ਜਿਸ ਤਰ੍ਹਾਂ ਦੀ ਵੀ ਜੀਵਨ ਦੀ ਉਤਪੱਤੀ ਹੁੰਦੀ ਹੈ, ਉਹ ਵਾਲੀਆਂ ਗੈਸਾਂ ਨੇ ਜਿਹੜੀਆਂ ਇਹ ਚਾਰ, ਇਹ ਨਹੀਂ ਹੈਗੀਆਂ ਆਪਣੇ ਮਰਕਰੀ ਦੇ ਉੱਤੇ। ਤਾਂ ਉਸ ਤੋਂ ਅੱਗੇ ਕਹਿੰਦਾ ਜੀ ਮਰਕਰੀ ਪਲੈਨਟ ਹੈਜ਼ ਨੋ ਪ੍ਰੋਟੈਕਟਿਵ ਬਲੈਂਕਟ ਲਾਈਕ ਓਜ਼ੋਨ ਅਰਾਊਂਡ ਇਟ ਟੂ ਪ੍ਰੀਵੈਂਟ ਅਸ ਫਰੋਮ ਹਾਰਮਫੁਲ ਰੇਡੀਏਸ਼ਨ। ਜਿੱਦਾਂ ਕਿ ਆਪਾਂ ਬਚਪਨ ਤੋਂ ਛੋਟੀਆਂ ਕਲਾਸਾਂ ਤੋਂ ਪੜ੍ਹਦੇ ਆ ਰਹੇ ਹਾਂ ਕਿ ਆਪਣੀ ਧਰਤੀ ਦੇ ਆਲੇ ਦੁਆਲੇ ਇੱਕ ਪਰਤ ਆ, ਜਿਹੜੀ ਇੱਕ ਚਾਦਰ ਜਿਹੜੀ ਹੈਗੀ ਉਹ ਲਿਪਟੀ ਹੋਈ ਹੈ, ਜਿਹਨੂੰ ਆਪਾਂ ਕਹਿੰਦੇ ਨੇ, ਚਾਹੇ ਉਹ ਗੈਸਾਂ ਦੀ ਉਹ ਹੈ ਆਪਣੀ ਚਾਦਰ, ਜਿਹਨੂੰ ਆਪਾਂ ਓਜ਼ੋਨ ਪਰਤ ਕਹਿ ਦਿੰਦੇ ਹਾਂ। ਤਾਂ ਕਹਿੰਦਾ ਵੀ ਜਿਹੜੀ ਮਰਕਰੀ ਹੈ, ਓਜ਼ੋਨ ਪਰਤ ਦਾ ਕੰਮ ਕੀ ਹੈ, ਸੂਰਜ ਤੋਂ ਆਉਣ ਵਾਲੀਆਂ ਰੇਡੀਏਸ਼ਨ ਵਾਲੀਆਂ ਕਿਰਨਾਂ ਨੇ, ਜਿਨ੍ਹਾਂ ਨੂੰ ਆਪਾਂ ਪਰਾਬੈਂਗਨੀ ਅਲਟਰਾ ਵਾਇਲਟ ਕਿਰਨਾਂ ਜਿਹੜੀਆਂ ਹੁੰਦੀਆਂ ਸੀ, ਜਿਹੜੀਆਂ ਸਾਨੂੰ ਨੁਕਸਾਨ ਕਰ ਸਕਦੀਆਂ ਨੇ, ਸਾਡੀਆਂ ਅੱਖਾਂ ਨੂੰ, ਸਾਡੀ ਚਮੜੀ ਨੂੰ, ਸਾਨੂੰ ਬਿਮਾਰੀਆਂ ਦਾ ਜਿਹੜਾ ਹੈਗਾ ਉਹ ਕਾਰਨ ਬਣ ਸਕਦੀਆਂ ਨੇ, ਉਹਨਾਂ ਨੂੰ ਬਚਾਉਂਦੀ ਹੈ ਜਿਹੜੀ ਤੁਹਾਡੀ ਓਜ਼ੋਨ ਪਰਤ ਹੈ ਧਰਤੀ ਦੇ ਆਲੇ ਦੁਆਲੇ ਵਿਛੀ ਹੋਈ। ਤਾਂ ਕਹਿੰਦਾ ਜਿਹੜਾ ਮਰਕਰੀ ਆ ਇਹਦੇ 'ਤੇ ਕੋਈ ਇੱਦਾਂ ਦੀ ਪਰਤ ਨਹੀਂ ਹੈਗੀ ਓਜ਼ੋਨ ਵਰਗੀ, ਜਿਹੜੀ ਕਿ ਮਤਲਬ ਇਹਨੂੰ ਹਾਰਮਫੁੱਲ ਜਿਹੜੀ ਹੈਗੀ ਆ ਰੇਡੀਏਸ਼ਨ ਆ ਜਿਹੜੀ ਨੁਕਸਾਨਦਾਇਕ ਉਹ ਤੋਂ ਬਚਾ ਸਕੇ। ਤਾਂ ਇਹਦੇ 'ਤੇ ਜਿਹੜੀ ਹੈਗੀ ਆ ਓਜ਼ੋਨ ਪਰਤ ਵਰਗੀ ਕੋਈ ਚੀਜ਼ ਨਹੀਂ ਹੈਗੀ ਮਰਕਰੀ ਦੇ ਉੱਤੇ। ਉਸ ਤੋਂ ਬਿਨਾਂ ਤੁਸੀਂ ਇੱਕ ਹੋਰ ਪੁਆਇੰਟ ਆ ਜਿਹੜਾ ਉਹ ਵੀ ਨੋਟ ਕਰ ਲੈਣਾ ਜੀ ਮਰਕਰੀ ਬਾਰੇ, ਕਿ ਮਰਕਰੀ ਜਿਹੜਾ ਹੈਗਾ ਉਹ ਸਭ ਤੋਂ ਛੋਟਾ ਪਲੈਨਟ ਹੈ। ਸੂਰਜ ਪਰਿਵਾਰ ਦੇ ਵਿੱਚ ਸਭ ਤੋਂ ਛੋਟਾ ਪਲੈਨਟ ਜਿਹੜਾ ਹੈਗਾ ਉਹ ਮਰਕਰੀ ਹੈ। ਉਸ ਤੋਂ ਅੱਗੇ ਆ ਗਿਆ ਜੀ ਆਪਣਾ ਵੀਨਸ। ਤਾਂ ਵੀਨਸ ਬਾਰੇ ਕੀ ਲਿਖਿਆ ਹੋਇਆ, ਕਹਿੰਦਾ ਜੀ ਇਹ ਸੈਕਿੰਡ ਪਲੈਨਟ ਆ ਸੂਰਜ ਵੱਲੋਂ,
ਤਾਂ ਇਹ ਪਲੈਨਟ ਆ ਜਿਹੜਾ ਇਹ ਨੀਅਰੈਸਟ ਟੂ ਦਾ ਅਰਥ ਹੈ। ਇਹ ਚੀਜ਼ ਤੁਸੀਂ ਧਿਆਨ ਰੱਖਣੀ ਹੈ ਕਿ ਅਰਥ ਜਿਹੜੀ ਹੈਗੀ ਹੈ ਉਹ ਤੀਜੇ ਨੰਬਰ ਦੇ ਉੱਤੇ ਆਉਂਦੀ ਹੈ। ਤੇ ਕਹਿੰਦਾ ਜਿਹੜਾ ਵੀਨਸ ਹੈ ਇਹ ਸਭ ਤੋਂ ਨੇੜੇ ਦਾ ਪਲੈਨਟ ਆ ਧਰਤੀ ਦੇ। ਮਤਲਬ ਕੀ ਹੋ ਗਿਆ ਕਿ ਧਰਤੀ ਦੇ ਗੁਆਂਢ ਦੇ ਵਿੱਚ, ਧਰਤੀ ਦੇ ਆਲੇ ਦੁਆਲੇ ਦੋ ਪਲੈਨਟ ਜਿਹੜੇ ਹੈਗੇ ਉਹ ਲੱਗਦੇ ਆ ਇਹਦੇ ਗੁਆਂਢ 'ਚ। ਇੱਕ ਤੁਹਾਡਾ ਮਾਰਸ ਹੋ ਗਿਆ, ਇੱਕ ਤੁਹਾਡਾ ਵੀਨਸ ਹੋ ਗਿਆ। ਤਾਂ ਕਹਿੰਦਾ ਮਾਰਸ ਦੇ ਮੁਕਾਬਲੇ ਜਿਹੜਾ ਵੀਨਸ ਆ ਇਹ ਜ਼ਿਆਦਾ ਨੇੜੇ ਆ। ਮਤਲਬ ਸਭ ਤੋਂ ਜ਼ਿਆਦਾ ਨੇੜੇ ਜਿਹੜਾ ਹੈਗਾ ਉਹ ਵੀਨਸ ਹੋ ਗਿਆ। ਮਤਲਬ ਕੀ ਇਹ ਲੱਗਦੇ ਨਾਲ ਦੋ ਨੇ, ਬਟ ਮਾਰਸ ਜਿਹੜਾ ਹੈਗਾ ਉਹ ਦੂਰ ਹੈ ਥੋੜ੍ਹਾ ਜਿਹਾ, ਬਟ ਵੀਨਸ ਆ ਜਿਹੜਾ ਉਹ ਜ਼ਿਆਦਾ ਨੇੜੇ। ਇਸ ਕਰਕੇ ਵੀਨਸ ਨੂੰ ਨੀਅਰੈਸਟ ਪਲੈਨਟ ਕਹਿੰਦੇ ਨੇ। ਕਦੇ ਪੇਪਰ ਦੇ ਵਿੱਚ ਕੁਐਸਚਨ ਆ ਜਾਂਦਾ ਹੈ ਕਿ ਸਭ ਤੋਂ ਨੇੜੇ ਦਾ ਗ੍ਰਹਿ ਆ ਜਿਹੜਾ ਧਰਤੀ ਦੇ ਉਹ ਕਿਹੜਾ ਵਾ, ਤਾਂ ਤੁਸੀਂ ਹਮੇਸ਼ਾ ਵੀਨਸ ਹੀ ਟਿਕ ਕਰਨਾ ਹੈ। ਤਾਂ ਇਸ ਤੋਂ ਅੱਗੇ ਕਹਿੰਦਾ ਜੀ ਜਿਹੜਾ ਵੀਨਸ ਹੈ ਇਹ ਬ੍ਰਾਈਟੈਸਟ ਪਲੈਨਟ ਹੈ। ਸਭ ਤੋਂ ਜ਼ਿਆਦਾ ਚਮਕਦਾਰ ਪਲੈਨਟ ਜਿਹੜਾ ਹੈਗਾ ਉਹ ਵੀਨਸ ਹੈ। ਵੀਨਸ ਹੀ ਸਭ ਤੋਂ ਜ਼ਿਆਦਾ ਚਮਕਦਾ ਹੈ। ਵੀਨਸ ਇਜ਼ ਨੋਨ ਐਜ਼ ਦਾ ਈਵਨਿੰਗ ਸਟਾਰ ਐਜ਼ ਵੈਲ ਐਜ਼ ਮਾਰਨਿੰਗ ਸਟਾਰ। ਇਹ ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈ ਜੀ। ਇਹਦੇ 'ਚ ਕਹਿ ਰਿਹਾ ਕਿ ਜਿਹੜਾ ਵੀਨਸ ਆ ਇਹਨੂੰ ਈਵਨਿੰਗ ਸਟਾਰ ਸ਼ਾਮ ਦਾ ਤਾਰਾ ਅਤੇ ਮਾਰਨਿੰਗ ਸਟਾਰ ਸੁਬਾਹ ਦਾ ਤਾਰਾ ਕਹਿੰਦੇ ਨੇ। ਇਹ ਇਸ ਲਈ ਕਹਿੰਦੇ ਨੇ ਕਿਉਂਕਿ ਜਿਹੜਾ ਵੀਨਸ ਹੈ ਇੰਨਾ ਜ਼ਿਆਦਾ ਚਮਕਦਾ ਹੈ ਅਤੇ ਇਹ ਸਵੇਰੇ ਅਤੇ ਸ਼ਾਮ ਜਦੋਂ ਮੂੰਹ ਹਨੇਰਾ ਜਿਹਾ ਹੁੰਦਾ ਹੈ ਉਸ ਸਮੇਂ ਇਹ ਸਾਡੀ ਧਰਤੀ ਤੋਂ ਵਿਜ਼ੀਬਲ ਹੁੰਦਾ ਹੈ। ਅਸੀਂ ਇਹਨੂੰ ਚਮਕਦਾ ਦੇਖ ਸਕਦੇ ਹਾਂ ਆਪਣੀਆਂ ਨੰਗੀਆਂ ਅੱਖਾਂ ਨਾਲ। ਇਸ ਲਈ ਆਪਾਂ ਇਹਨੂੰ ਕਹਿੰਦੇ ਹਾਂ ਕਿ ਇਹ ਸਵੇਰੇ ਅਤੇ ਸ਼ਾਮ ਧਰਤੀ ਤੋਂ ਦਿਖਾਈ ਦਿੰਦਾ। ਇਸੇ ਲਈ ਇਸ ਨੂੰ ਆਪਣੇ ਮਾਰਨਿੰਗ ਸਟਾਰ ਅਤੇ ਈਵਨਿੰਗ ਸਟਾਰ ਦਾ ਨਾਮ ਜਿਹੜਾ ਹੈਗਾ ਉਹ ਦਿੱਤਾ ਗਿਆ ਹੈ। ਤਾਂ ਇਹ ਵੀ ਇੱਕ ਬਹੁਤ ਇੰਪੋਰਟੈਂਟ ਕੁਐਸਚਨ ਜਿਹੜਾ ਹੈਗਾ ਤੁਹਾਡੇ ਕੋਲ ਆ ਗਿਆ ਕਿ ਮਾਰਨਿੰਗ ਸਟਾਰ ਅਤੇ ਈਵਨਿੰਗ ਸਟਾਰ ਜਾਂ ਦੋਨਾਂ 'ਚੋਂ ਕੋਈ ਵੀ ਇੱਕ ਚੀਜ਼ ਪੁੱਛੀ ਜਾ ਸਕਦੀ ਹੈ ਤਾਂ ਉਹ ਕੌਣ ਹੈ, ਤਾਂ ਉਹ ਵੀਨਸ ਪਲੈਨਟ ਹੈ। ਸਭ ਤੋਂ ਨੇੜੇ ਦਾ ਗ੍ਰਹਿ ਵੀ ਵੀਨਸ ਹੈ, ਸਭ ਤੋਂ ਜ਼ਿਆਦਾ ਚਮਕਦਾਰ ਵੀ ਵੀਨਸ ਹੈ ਅਤੇ ਮਾਰਨਿੰਗ ਅਤੇ ਈਵਨਿੰਗ ਸਟਾਰ ਦੇ ਨਾਮ ਨਾਲ ਵੀ ਵੀਨਸ ਹੀ ਜਾਣਿਆ ਜਾਂਦਾ ਹੈ। ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਨੇ। ਤਾਂ ਅੱਗੇ ਕਹਿੰਦਾ ਜੀ ਜਿਹੜਾ ਵੀਨਸ ਆ ਇਹਦੇ ਆਲੇ ਦੁਆਲੇ ਇੱਕ ਥਿਕ ਦਾ ਮਤਲਬ ਹੁੰਦਾ ਮੋਟਾ ਜਿਹਾ ਬੱਦਲ ਆ ਜਿਹੜਾ ਸੰਘਣਾ ਜਿਹਾ ਉਹ ਹਮੇਸ਼ਾ ਕਵਰ ਕਰੀ ਰੱਖਦਾ ਇਹਨੂੰ। ਇਸ ਲਈ ਇਹਨੂੰ ਵੇਲਡ ਪਲੈਨਟ ਵੀ ਕਹਿੰਦੇ ਨੇ। ਠੀਕ ਹੈ ਜੀ, ਇਹ ਇੱਕ ਛੋਟਾ ਜਿਹਾ ਪੁਆਇੰਟ ਹੈ, ਪੇਪਰ ਦੇ ਵਿੱਚ ਕਦੇ ਆਇਆ ਨਹੀਂ ਬਟ ਤੁਸੀਂ ਯਾਦ ਰੱਖਣਾ। ਉਸ ਤੋਂ ਜਿਹੜਾ ਅਗਲਾ ਪੁਆਇੰਟ ਆ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਪੇਪਰ ਪੁਆਇੰਟ ਆਫ ਵਿਊ ਤੋਂ। ਤਾਂ ਕੀ ਹੈ ਕਹਿੰਦਾ ਜੀ, ਕਹਿੰਦਾ ਵੀਨਸ ਦਾ ਜਿਹੜਾ ਸਾਈਜ਼ ਹੈ ਜਾਂ ਵੇਟ ਹੈ, ਮਾਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਕਹਿੰਦਾ ਧਰਤੀ ਦੇ ਨਾਲ ਮਿਲਦਾ ਜੁਲਦਾ ਹੈ। ਧਰਤੀ ਜਿੱਡਾ ਕਿ ਇਹਦਾ ਸਾਈਜ਼ ਹੈ ਅਤੇ ਧਰਤੀ ਦੇ ਜਿੰਨਾ ਹੀ ਇਹ ਭਾਰਾ ਕਹਿ ਲਓ ਹੈਗਾ। ਇਸ ਲਈ ਇਹਨੂੰ ਅਰਥਸ ਟਵਿਨ ਵੀ ਕਿਹਾ ਜਾਂਦਾ, ਧਰਤੀ ਦਾ ਜੁੜਵਾ ਭੈਣ ਜਾਂ ਭਰਾ। ਭਾਵ ਕੀ ਹੋ ਗਿਆ ਕਿ ਇਹਦਾ ਜਿਹੜਾ ਸ਼ੇਪ ਹੈ ਅਤੇ ਸਾਈਜ਼ ਹੈ ਇਹ ਧਰਤੀ ਦੇ ਨਾਲ ਬਹੁਤ ਜ਼ਿਆਦਾ ਮਿਲਦੀ ਜੁਲਦੀ ਹੈ। ਇਸ ਲਈ ਇਹਨੂੰ ਧਰਤੀ ਦਾ ਜੁੜਵਾ ਭੈਣ ਭਰਾ ਵੀ ਕਿਹਾ ਜਾਂਦਾ। ਤਾਂ ਅਰਥਸ ਟਵਿਨ ਇਹਨੂੰ ਕਿਹਾ ਜਾਂਦਾ ਹੈ। ਤਾਂ ਇਹ ਜਿਹੜਾ ਹੈਗਾ ਇਹ ਵੀ ਇੱਕ ਇੰਪੋਰਟੈਂਟ ਪੁਆਇੰਟ ਬਣ ਗਿਆ ਵੀਨਸ ਨੂੰ ਲੈ ਕੇ ਕਿ ਅਗਰ ਤੁਹਾਨੂੰ ਕੁਐਸਚਨ ਆਉਂਦਾ ਪੇਪਰ ਦੇ ਵਿੱਚ ਕਿ ਅਰਥਸ ਟਵਿਨ ਕਿਹਨੂੰ ਕਹਿੰਦੇ ਨੇ ਤਾਂ ਤੁਸੀਂ ਹਮੇਸ਼ਾ ਕੀ ਕਰਨਾ ਕਿ ਵੀਨਸ ਨੂੰ ਕਹਿੰਦੇ ਨੇ। ਤੁਸੀਂ ਵੀਨਸ ਕਲਿੱਕ ਕਰਕੇ ਲੈਣਾ। ਇਸ ਤੋਂ ਬਾਅਦ ਇੱਕ ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈ ਜੀ। ਪੁਆਇੰਟ ਛੋਟਾ ਬਟ ਬਹੁਤ ਇੰਪੋਰਟੈਂਟ ਹੈ। ਕਈ ਵਾਰੀ ਕੁਐਸਚਨ ਪੁੱਛ ਲੈਂਦਾ ਅਤੇ ਆਪਾਂ ਨੂੰ ਫਿਰ ਕਈ ਵਾਰੀ ਕਨਫਿਊਜ਼ਨ ਹੋ ਜਾਂਦੀ ਆ। ਤਾਂ ਇਹਨੂੰ ਆਪਾਂ ਬਹੁਤ ਧਿਆਨ ਨਾਲ ਪੜ੍ਹਨਾ। ਤਾਂ ਇਹ ਪੁਆਇੰਟ ਮੈਂ ਤੁਹਾਨੂੰ ਪਹਿਲਾਂ ਵੈਸੇ ਦੱਸਦਾ, ਇਹਦੀ ਇੰਟਰੋਡਕਸ਼ਨ ਦੇ ਦਿੰਦਾ ਕਿ ਜਿਹੜੇ ਸਾਰੇ ਪਲੈਨਟਸ ਨੇ ਆਪਣੇ ਉਹਨਾਂ ਦੇ ਵਿੱਚ 2 ਪਲੈਨਟਸ ਨੂੰ ਛੱਡ ਕੇ, ਮਤਲਬ 8 ਪਲੈਨਟ ਆਪਣੇ ਕੋਲ ਟੋਟਲ ਨੇ, ਇਹਨਾਂ 'ਚੋਂ 2 ਨੂੰ ਛੱਡ ਕੇ ਬਾਕੀ ਦੇ ਜਿਹੜੇ 6 ਪਲੈਨਟ ਨੇ ਉਹ ਐਂਟੀ ਕਲੋਕਵਾਈਜ਼ ਜਿਹੜੀ ਹੈਗੀ ਆ ਰੋਟੇਸ਼ਨ ਕਰਦੇ ਨੇ। ਐਂਟੀ ਕਲੋਕਵਾਈਜ਼ ਦਾ ਮਤਲਬ ਹੁੰਦਾ ਹੈ ਕਿ ਘੜੀ ਤੋਂ ਉਲਟ ਦੀ ਦਿਸ਼ਾ ਵਿੱਚ ਘੁੰਮਦੇ ਨੇ। ਘੜੀ ਤੋਂ ਉਲਟ ਦਿਸ਼ਾ ਦੇ ਵਿੱਚ ਜਿਹੜੇ ਹੈਗੇ ਨੇ ਉਹ ਘੁੰਮਦੇ ਨੇ। ਤਾਂ ਇਹ ਪੁਆਇੰਟ ਜਿਹੜਾ ਹੈਗਾ ਬਹੁਤ ਇੰਪੋਰਟੈਂਟ ਹੈ ਕਿ ਜਿਹੜੇ 6 ਪਲੈਨਟ ਨੇ ਉਹ ਐਂਟੀ ਕਲੋਕਵਾਈਜ਼ ਘੁੰਮਦੇ ਨੇ, ਬਟ ਜਿਹੜੇ 2 ਪਲੈਨਟ ਨੇ ਉਹ ਉਦੋਂ ਉਲਟ ਘੁੰਮਦੇ ਨੇ। ਉਹ ਕਲੋਕਵਾਈਜ਼ ਘੁੰਮਦੇ ਨੇ। ਕਲੋਕਵਾਈਜ਼ ਕਿੱਦਾਂ ਘੁੰਮਦੇ ਨੇ ਮੈਂ ਤੁਹਾਨੂੰ ਦੱਸ ਦਿੰਦਾ। ਇਹ ਹੁੰਦਾ ਜੀ ਤੁਹਾਡਾ ਐਂਟੀ ਕਲੋਕਵਾਈਜ਼। ਮਤਲਬ ਕੀ ਹੈ ਕਿ ਘੜੀ ਜਿਹੜੀ ਹੈਗੀ ਆ ਉਹ ਆਪਣੀ ਇਸ ਤਰੀਕੇ ਨਾਲ ਘੁੰਮਦੀ ਆ ਸਾਈਡ 'ਤੇ ਨੂੰ, ਬਟ ਜਿਹੜਾ ਹੈਗਾ ਐਂਟੀ ਕਲੋਕਵਾਈਜ਼ ਇਹਦੇ 'ਚ ਜਿਹੜਾ ਹੈਗਾ ਇਹ ਦੂਸਰੇ ਪਾਸੇ ਨੂੰ ਘੁੰਮਦਾ ਹੈ। ਠੀਕ ਹੈ ਜੀ, ਘੜੀ ਤੋਂ ਉਲਟ ਦਿਸ਼ਾ ਦੇ ਵਿੱਚ। ਤਾਂ ਜਿਹੜੇ 6 ਪਲੈਨਟ ਨੇ ਉਹ ਘੜੀ ਤੋਂ ਦੂਸਰੀ ਦਿਸ਼ਾ ਦੇ ਵਿੱਚ ਐਂਟੀ ਕਲੋਕਵਾਈਜ਼ ਘੁੰਮਦੇ ਨੇ। ਬਟ ਜਿਹੜੇ ਇਹ 2 ਪਲੈਨਟ ਨੇ ਕਿਹੜੇ ਹੋ ਗਏ, ਇੱਕ ਤਾਂ ਵੀਨਸ ਅਤੇ ਇੱਕ ਤੁਹਾਡਾ ਹੋ ਗਿਆ ਯੂਰੇਨਸ। ਤਾਂ ਇਹਨੂੰ ਬਹੁਤ ਤੁਸੀਂ ਧਿਆਨ ਨਾਲ ਸਮਝਣਾ। ਇਹਦੇ ਵਿੱਚ ਦੋਨਾਂ ਦੇ ਐਂਡ ਦੇ ਵਿੱਚ ਆਉਂਦਾ ਵਾ ਨਸ।
ਨਸ ਮਤਲਬ ਹੁੰਦਾ ਹੈ ਕਿ ਕੋਈ ਨਾੜੀ, ਜਿਵੇਂ ਆਪਾਂ ਨਬਜ਼ ਕਹਿ ਦਿੰਦੇ ਹਾਂ। ਤਾਂ ਕਹਿੰਦੇ ਵੀ ਜਿਹੜੇ 2 ਪਲੈਨਟ ਦੀ ਨਸ ਜਿਹੜੀ ਹੈਗੀ ਆ, ਨਬਜ਼ ਜਿਹੜੀ ਹੈਗੀ ਆ, ਉਹ ਬਾਕੀ ਦੇ ਪਲੈਨਟਾਂ ਨਾਲ ਨਹੀਂ ਮਿਲਦੀ। ਆਪਾਂ ਕਹਿੰਦੇ ਨਾ ਕਿ ਨਬਜ਼ ਮਿਲ ਗਈ ਉਹਨਾਂ ਦੀ। ਤਾਂ ਜਦੋਂ ਆਪਣੀ ਇੱਕ ਦੂਜੇ ਨਾਲ ਟਿਊਨਿੰਗ ਹੋ ਜਾਂਦੀ ਹੈ ਕਿਸੇ ਨਾਲ, ਕਿਸੇ ਫਰੈਂਡ ਦੇ ਨਾਲ ਜਾਂ ਕਿਸੇ ਗਰੁੱਪ ਆਫ ਫਰੈਂਡਸ ਦੇ ਨਾਲ, ਤਾਂ ਆਪਾਂ ਕਹਿੰਦੇ ਹਾਂ ਕਿ ਸਾਡੀ ਤਾਂ ਇੰਨੀ ਨਬਜ਼ ਮਿਲੀ ਹੋਈ ਆ ਕਿ ਅਸੀਂ ਅੱਖ ਦੀ ਜਿਹੜੀ ਹੈਗੀ ਆ ਉਹ ਇਸ਼ਾਰਾ ਸਮਝ ਲੈਂਦੇ ਹਾਂ। ਤਾਂ ਉਹਨੂੰ ਕਹਿੰਦੇ ਆ ਨਬਜ਼ ਮਿਲੀ ਹੋਈ। ਤਾਂ ਬਾਕੀ ਜਿਹੜੇ 6 ਪਲੈਨਟ ਨੇ ਉਹ ਇੱਕ ਪਾਸੇ ਨੂੰ ਤੁਰਦੇ ਨੇ, ਅਤੇ ਇਹ ਜਿਹੜੇ 2 ਪਲੈਨਟ ਨੇ ਇਹ ਦੂਜੇ ਪਾਸੇ ਨੂੰ ਉਲਟ ਦਿਸ਼ਾ ਨੂੰ ਤੁਰਦੇ ਨੇ। ਤਾਂ ਇਹਨਾਂ ਦੀ ਜਿਹੜੀ ਹੈਗੀ ਆ ਇਹ ਨਬਜ਼ ਜਿਹੜੀ ਹੈਗੀ ਆ ਉਹਨਾਂ ਦੇ ਨਾਲ ਨਹੀਂ ਮਿਲੀ ਹੋਈ। ਇਹਨਾਂ ਦੀ ਨਸ ਜਿਹੜੀ ਹੈਗੀ ਆ ਉਹ ਖਰਾਬ ਹੈ। ਠੀਕ ਹੈ। ਤਾਂ ਜਿਨ੍ਹਾਂ ਦੇ ਵਿੱਚ ਨਸ ਆਉਂਦਾ ਹੈ, ਨਸ ਦਾ ਮਤਲਬ ਹੁੰਦਾ ਨਬਜ਼ ਜਾਂ ਨਾੜ ਕਹਿ ਲਓ ਆਪਾਂ। ਠੀਕ ਹੈ ਜੀ। ਆਪਾਂ ਨਸ ਆਪਣੇ ਨਬਜ਼ ਨੂੰ ਵੀ ਨਸ ਹੀ ਕਹਿ ਦਿੰਦੇ ਹਾਂ, ਨਸ ਕੱਟ ਲਈ ਕਿਸੇ ਨੇ। ਤਾਂ ਨਸ ਜਿਹੜੀ ਹੈਗੀ ਆ ਉਹ ਇਹਨਾਂ ਦੀ ਖਰਾਬ ਹੈ, ਤਾਂ ਇਸ ਲਈ ਇਹ ਉਹਨਾਂ ਦੇ ਨਾਲ ਨਹੀਂ ਜਾਂਦੇ, ਇਹ ਉਹਨਾਂ ਤੋਂ ਉਲਟ ਹੀ ਚੱਲਦੇ ਨੇ ਬਾਕੀਆਂ ਤੋਂ। ਤਾਂ ਆਪਾਂ ਕਹਿੰਦੇ ਹਾਂ ਕਿ ਜਿਨ੍ਹਾਂ ਦੇ ਪਿੱਛੇ ਨਸ ਆਉਂਦਾ ਹੈ ਉਹ ਜਿਹੜੇ ਹੈਗੇ ਨੇ ਉਹ ਆਪਣੀ ਨਸ ਜਿਹੜੀ ਹੈਗੀ ਆ ਉਹਨਾਂ ਦੀ ਖਰਾਬ ਹੈ, ਉਹ ਪਿਛਲੇ ਪਾਸੇ ਨੂੰ ਤੁਰਦੇ ਨੇ, ਮੂਹਰੇ ਨੂੰ ਨਹੀਂ ਤੁਰਦੇ ਹੈਗੇ, ਬਾਕੀਆਂ ਦੇ ਨਾਲ ਨਹੀਂ ਤੁਰਦੇ। ਤਾਂ ਇੱਕ ਵਾਰੀ ਫਿਰ ਯਾਦ ਕਰ ਲਓ ਕਿਹੜੇ ਕਿਹੜੇ 2 ਪਲੈਨਟ ਨੇ ਜਿਹੜੇ ਐਂਟੀ ਕਲੋਕਵਾਈਜ਼ ਨਹੀਂ ਜਾਂਦੇ, ਜਿਹੜੇ ਕਲੋਕਵਾਈਜ਼ ਜਾਂਦੇ ਨੇ, ਮਤਲਬ ਬਾਕੀਆਂ ਤੋਂ ਅਲੱਗ ਦਿਸ਼ਾ 'ਚ ਜਾਂਦੇ ਨੇ। ਤਾਂ ਉਹ ਆਪਣੇ ਪਲੈਨਟ ਜਿਨ੍ਹਾਂ ਦੇ ਵਿੱਚ ਨਸ ਆਉਂਦਾ ਹੈ। ਨਸ ਕਿਹਦੇ ਕਿਹਦੇ ਵਿੱਚ ਆਉਂਦਾ ਹੈ? ਵੀਨਸ ਅਤੇ ਯੂਰੇਨਸ। ਵੀਨਸ ਅਤੇ ਯੂਰੇਨਸ, ਇਹਨਾਂ ਦੋਨਾਂ ਦੀ ਨਸ ਖਰਾਬ ਹੈ, ਇਸ ਲਈ ਇਹ ਬਾਕੀਆਂ ਤੋਂ ਉਲਟ ਦਿਸ਼ਾ ਦੇ ਵਿੱਚ ਜਿਹੜਾ ਹੈਗਾ ਉਹ ਚੱਲਦੇ ਨੇ। ਤਾਂ ਇਹ ਤੁਸੀਂ ਯਾਦ ਰੱਖਣਾ ਹੈ। ਚਲੋ ਅੱਗੇ ਆ ਗਿਆ ਜੀ। ਕਹਿੰਦਾ ਜੀ ਵੀਨਸ ਇਜ਼ ਦਾ ਹੋਟੈਸਟ ਪਲੈਨਟ। ਇੱਥੇ ਜਿਹੜੀ ਹੈਗੀ ਆ ਆਪਣੀ ਫਿਰ ਤੁਸੀਂ ਕਹਿ ਦਿੰਦੇ ਹੋ ਵੀ ਕਨਫਿਊਜ਼ਨ ਵਾਲੀ ਗੱਲ ਹੋ ਜਾਂਦੀ ਹੈ ਕਿ ਜਿੱਦਾਂ ਆਪਾਂ ਕਿਹਾ ਸੀ ਕਿ ਮਰਕਰੀ ਜਿਹੜਾ ਹੈਗਾ ਉਹ ਸੂਰਜ ਤੋਂ ਸਭ ਤੋਂ ਨੇੜੇ ਹੈ। ਤਾਂ ਬੇਸਿਕਲੀ ਜਾਣੀ ਲੌਜਿਕ ਦੇ ਹਿਸਾਬ ਨਾਲ ਜਿਹੜਾ ਮਰਕਰੀ ਆ ਉਹੀ ਸਭ ਤੋਂ ਜ਼ਿਆਦਾ ਗਰਮ ਹੋਣਾ ਚਾਹੀਦਾ ਹੈ, ਬਟ ਇਹ ਮਰਕਰੀ ਨਾਲੋਂ ਵੀ ਹੌਟਰ ਹੈ, ਮਤਲਬ ਮਰਕਰੀ ਨਾਲੋਂ ਵੀ ਤੱਤਾ ਹੈ, ਸਾਰਿਆਂ ਨਾਲੋਂ ਗਰਮ ਹੈ ਇਹ। ਤਾਂ ਉਹਦੇ ਕਰਕੇ ਜਾਣੀ ਉਹਦੇ ਲਈ ਇੱਕ ਰੀਜ਼ਨ ਹੈ ਇਹਦੇ 'ਚ ਕਿ ਜਿਹੜਾ ਮਰਕਰੀ ਹੈ ਉਹ ਸੂਰਜ ਦੇ ਸਭ ਤੋਂ ਨੇੜੇ ਆ, ਇਸੇ ਕਰਕੇ ਜਿਹੜੀ ਹੈਗੀ ਆ ਉਹ ਸੂਰਜ ਦੀ ਜਿਹੜੀ ਸਭ ਤੋਂ ਜ਼ਿਆਦਾ ਗਰਮੀ ਜਿਹੜੀ ਹੈਗੀ ਆ ਉਹ ਅਬਜ਼ੋਰਵ ਕਰਦਾ ਹੈ। ਤਾਂ ਸੂਰਜ ਤੋਂ ਜਿੰਨੀ ਗਰਮੀ ਮਿਲਦੀ ਆ ਉਹ ਸਭ ਤੋਂ ਜ਼ਿਆਦਾ ਆਪਣੇ ਅੰਦਰ ਖਿੱਚ ਲੈਂਦਾ, ਇਸ ਲਈ ਉਹ ਗਰਮ ਹੈ। ਬਟ ਜਿਹੜਾ ਵੀਨਸ ਹੈ, ਵੀਨਸ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਹੈ ਕਿ ਇਹਦੇ 'ਚ ਵੇਲ ਆਫ ਕਲਾਊਡ ਜਿਹੜਾ ਹੈਗਾ ਇਹਦੇ 'ਤੇ ਹਮੇਸ਼ਾ ਬਹੁਤ ਹੀ ਜ਼ਿਆਦਾ ਅੱਗ ਦੇ ਜਾਂ ਕਹਿ ਲਓ ਗਰਮ ਗੈਸਾਂ ਦੇ ਤੂਫਾਨ ਚੱਲਦੇ ਰਹਿੰਦੇ ਨੇ ਵੀਨਸ ਦੀ ਸਤ੍ਹਾ ਦੇ ਉੱਤੇ। ਅਤੇ ਜਿਹਨੂੰ ਆਪਾਂ ਨਿਊਕਲੀਅਰ ਫਿਊਜ਼ਨ ਵੀ ਕਹਿੰਦੇ ਹਾਂ। ਠੀਕ ਹੈ ਜੀ। ਇਹ ਫਿਊਜ਼ਨ ਹੁੰਦੇ ਰਹਿੰਦੇ ਨੇ। ਇਹਨਾਂ ਫਿਊਜ਼ਨਾਂ ਕਰਕੇ, ਇਹਨਾਂ ਤੂਫਾਨਾਂ ਕਰਕੇ ਜਿਹੜਾ ਹੈਗਾ ਅੰਦਰ ਗਰਮੀ ਪੈਦਾ ਹੁੰਦੀ ਰਹਿੰਦੀ ਹੈ। ਤਾਂ ਇਸੇ ਕਰਕੇ ਜਿਹੜਾ ਹੈਗਾ ਇਹ ਵੀਨਸ ਜਿਹੜਾ ਹੈਗਾ ਆਪਣੇ ਆਪ ਦੇ ਵਿੱਚ ਸਭ ਤੋਂ ਜ਼ਿਆਦਾ ਕੀ ਹੋ ਜਾਂਦਾ ਹੈ? ਗਰਮ ਪਲੈਨਟ ਹੈ। ਤਾਂ ਹੌਟਰ ਜਿਹੜਾ ਹੈਗਾ ਜਿਹੜਾ ਹੌਟੈਸਟ ਪਲੈਨਟ ਹੈ ਜਿਹੜਾ ਉਹ ਹੈਗਾ ਵੀਨਸ। ਤਾਂ ਇਹ ਵੀ ਵੀਨਸ ਬਾਰੇ ਤੁਸੀਂ ਯਾਦ ਰੱਖਣਾ ਹੈ। ਅਗਲਾ ਜਿਹੜਾ ਪੁਆਇੰਟ ਆ ਉਹ ਇਹ ਹੈ ਕਿ ਕਹਿੰਦਾ ਵੀਨਸ ਦੇ ਉੱਤੇ ਵੀ ਪਾਣੀ ਨਹੀਂ ਹੈਗਾ, ਕਿਉਂਕਿ ਇਹਦੇ 'ਤੇ ਕਹਿੰਦੇ ਸਫੀਸ਼ੈਂਟ ਆਕਸੀਜਨ ਨਹੀਂ ਹੈਗੀ। ਮਤਲਬ ਕਿ ਲੋੜੀਂਦੀ ਮਾਤਰਾ ਦੇ ਵਿੱਚ ਜਿੰਨੀ ਪਾਣੀ ਬਣਾਉਣ ਵਾਸਤੇ ਜਾਂ ਪਾਣੀ ਦੇ ਹੋਂਦ ਲਈ ਜਿੰਨੀ ਜ਼ਰੂਰੀ ਹੁੰਦੀ ਹੈ ਆਪਣੀ ਆਕਸੀਜਨ ਦੀ ਮਾਤਰਾ, ਉਹ ਇਹਦੇ 'ਤੇ ਨਹੀਂ ਹੈਗੀ, ਇਸ ਲਈ ਇਹਦੇ 'ਤੇ ਵੀ ਜਿਹੜੀ ਹੈਗੀ ਆ ਉਹ ਪਾਣੀ ਦੀ ਹੋਂਦ ਨਹੀਂ ਹੈਗੀ। ਤਾਂ ਇਹ ਸੀਗਾ ਜੀ ਸਾਡਾ ਵੀਨਸ ਕਾਫੀ ਇੰਪੋਰਟੈਂਟ ਹੈ, ਇਹਦੇ ਤੋਂ ਕਾਫੀ ਕੁਐਸਚਨ ਜਿਹੜੇ ਹੈਗੇ ਆ ਉਹ ਬਣ ਸਕਦੇ ਆ। ਤਾਂ ਇੱਕ ਵਾਰੀ ਆਪਾਂ ਸ਼ਾਰਟ ਦੇ ਵਿੱਚ ਵੀਨਸ ਦੇ ਨਾਲ ਰਿਲੇਟਡ ਜਿਹੜੇ ਕੁਐਸਚਨ ਉੱਠ ਸਕਦੇ ਨੇ ਜਾਂ ਇਹਦੇ ਜਿਹੜੇ ਇੰਪੋਰਟੈਂਟ ਪੁਆਇੰਟ ਨੇ ਉਹਨਾਂ ਨੂੰ ਆਪਾਂ ਸ਼ਾਰਟ ਦੇ ਵਿੱਚ ਇੱਕ ਵਾਰੀ ਯਾਦ ਕਰ ਲੈਂਦੇ ਹਾਂ। ਕਿੱਦਾਂ ਕਿ ਜਿਹੜਾ ਵੀਨਸ ਆ, ਇੱਕ ਤਾਂ ਸਭ ਤੋਂ ਪਹਿਲਾਂ ਇਹ ਬਰਾਈਟੈਸਟ ਆ, ਸਭ ਤੋਂ ਜ਼ਿਆਦਾ ਚਮਕਦਾਰ ਪਲੈਨਟ ਆ। ਜਿਹੜਾ ਬਰਾਈਟੈਸਟ ਪਲੈਨਟ ਆ ਉਹ ਵੀਨਸ ਹੈ। ਉਸ ਤੋਂ ਬਿਨਾਂ ਇਹਨੂੰ ਮਾਰਨਿੰਗ ਸਟਾਰ ਅਤੇ ਈਵਨਿੰਗ ਸਟਾਰ ਵੀ ਕਿਹਾ ਜਾਂਦਾ। ਉਸ ਤੋਂ ਬਿਨਾਂ ਇਹਨੂੰ ਅਰਥ ਦਾ ਟਵਿਨ ਵੀ ਕਿਹਾ ਜਾਂਦਾ ਹੈ, ਅਰਥ ਟਵਿਨ ਕਿਹਾ ਜਾਂਦਾ। ਉਸ ਤੋਂ ਬਿਨਾਂ ਇੱਕ ਹੋਰ ਪੁਆਇੰਟ ਕਿ ਜਿਹੜਾ ਇਹ ਹੈ ਵੀਨਸ ਹੈ, ਇਹ ਬਾਕੀਆਂ ਨਾਲੋਂ ਅਲੱਗ ਦਿਸ਼ਾ ਦੇ ਵਿੱਚ ਘੁੰਮਦਾ, ਯੂਰੇਨਸ ਦੇ ਨਾਲ ਘੁੰਮਦਾ, ਬਾਕੀ 6 ਪਲੈਨਟਾਂ ਦੇ ਨਾਲ ਨਹੀਂ ਘੁੰਮਦਾ। ਇਸ ਤੋਂ ਬਿਨਾਂ ਇਹ ਹੌਟੈਸਟ ਪਲੈਨਟ ਹੈ। ਹੌਟੈਸਟ ਦਾ ਮਤਲਬ ਸਭ ਤੋਂ ਜ਼ਿਆਦਾ ਗਰਮ ਪਲੈਨਟ ਹੈ। ਸੋ ਇੰਨੇ ਕੁਐਸਚਨ ਨੇ ਜਿਹੜੇ ਉਹ ਵੀਨਸ ਤੋਂ ਸਿੱਧੇ ਸਿੱਧੇ ਬਣ ਸਕਦੇ ਨੇ। ਸੋ ਤੁਸੀਂ ਇਹਨਾਂ ਸਾਰੇ ਪੁਆਇੰਟਸ ਨੂੰ ਬਹੁਤ ਧਿਆਨ ਨਾਲ ਯਾਦ ਰੱਖਣਾ ਹੈ। ਇਸ ਤੋਂ ਅੱਗੇ ਆ ਗਈ ਜੀ ਆਪਣੀ ਅਰਥ। ਕਹਿੰਦਾ ਅਰਥ ਇਜ਼ ਲਾਰਜੈਸਟ ਆਫ ਦਾ ਇਨਰ ਪਲੈਨਟ। ਇਹਦੇ 'ਚ ਕਨਫਿਊਜ਼ ਨਹੀਂ ਹੋਣਾ। ਜਿੱਦਾਂ ਤੁਹਾਨੂੰ ਕਿਹਾ ਸੀ ਕਿ ਆਪਾਂ ਚਾਰ ਪਲੈਨਟਸ ਨੇ ਜਿਹੜੇ ਇਹਨਾਂ ਦਾ ਗਰੁੱਪ ਬਣਾ ਲੈਂਦੇ ਹਾਂ, ਇਨਰ ਪਲੈਨਟਸ ਅਤੇ ਆਊਟਰ ਪਲੈਨਟਸ। ਪਹਿਲੇ 4 ਪਲੈਨਟਸ ਅਲੱਗ ਮਤਲਬ ਆਪਾਂ ਕਾਊਂਟ ਕਰਦੇ ਹਾਂ, ਅਗਲੇ 4 ਨੇ ਜਿਹੜੇ ਉਹਨਾਂ ਨੂੰ ਅਲੱਗ ਕਰਦੇ ਹਾਂ। ਅਤੇ ਜਿਹੜੇ ਪਹਿਲੇ 4 ਨੇ ਉਹਦੇ 'ਚ ਆਉਂਦਾ ਆਪਣਾ ਮਰਕਰੀ, ਵੀਨਸ, ਅਰਥ ਅਤੇ ਮਾਰਸ। ਤਾਂ ਇਹਨਾਂ 4 ਦੇ ਵਿੱਚੋਂ ਜਿਹੜੀ ਅਰਥ ਹੈ ਉਹ ਸਭ ਤੋਂ ਵੱਡੀ ਹੈ।
ਠੀਕ ਹੈ ਜੀ। ਇਹਦਾ ਇਹ ਮਤਲਬ ਹੈ ਇਨਰ ਪਲੈਨਟਸ ਦਾ ਕਿ ਅਰਥ ਇਜ਼ ਦਾ ਬਿਗੇਸਟ ਆਫ ਦਾ ਇਨਰ ਪਲੈਨਟਸ, ਮਤਲਬ ਜਿਹੜੇ ਅੰਦਰਲੇ ਪਲੈਨਟ ਨੇ 4 ਆਪਣੇ, ਉਹਨਾਂ ਦੇ ਵਿੱਚ ਅਰਥ ਜਿਹੜੀ ਹੈਗੀ ਆ ਉਹ ਸਭ ਤੋਂ ਵੱਡੀ ਹੈ। ਤਾਂ ਉਸ ਤੋਂ ਬਾਅਦ ਕੀ ਕਹਿੰਦਾ ਹੈ ਕਿ ਜਿਹੜਾ ਅਰਥ ਹੈ ਇਹ ਆਪਣੇ ਧੁਰੇ ਦੇ ਉੱਤੇ, ਧੁਰੇ ਦਾ ਮਤਲਬ ਕੀ ਹੈ, ਜਿਹੜਾ ਅਰਥ ਦਾ ਸੈਂਟਰ ਪੁਆਇੰਟ ਆ, ਜਿਹੜਾ ਅਰਥ ਦਾ ਕੇਂਦਰ ਬਿੰਦੂ ਆ, ਉੱਥੋਂ ਕਹਿੰਦਾ 23.5 ਡਿਗਰੀ ਝੁਕੀ ਹੋਈ ਆ। ਟਿਲਟ ਦਾ ਮਤਲਬ ਹੁੰਦਾ ਝੁਕਣਾ, ਇਸ ਕਰਕੇ ਕਹਿੰਦਾ ਇਹ ਜਿਹੜੀ ਹੈਗੀ ਆ 66.5 ਡਿਗਰੀ ਦਾ ਐਂਗਲ ਬਣਾਉਂਦੀ ਆ। ਇਹ ਸੂਰਜ ਵੱਲ ਨੂੰ ਕਹਿ ਲਓ ਕਿ ਝੁਕੀ ਹੋਈ ਆ ਆਪਣੇ ਧੁਰੇ ਤੋਂ, ਇਹ ਹਲਕੀ ਜੀ ਟੇਢੀ ਹੈ 23.5 ਡਿਗਰੀ। ਓਕੇ, ਇਸ ਤੋਂ ਬਾਅਦ ਕਹਿੰਦਾ ਹੈ ਕਿ ਇਹ ਜਿਹੜੀ ਹੈਗੀ ਆ ਇਹ ਆਪਣੀ ਅਰਥ ਹੈ ਜਿਹੜੀ ਇਹ 23 ਘੰਟੇ 56 ਮਿੰਟ ਜਿਹੜੀ ਹੈਗੀ ਆ। ਉਸ ਤੋਂ ਬਿਨਾਂ ਸਕਿੰਟ ਵੀ ਲਿਖੇ ਹੋਏ ਨੇ, ਉਹ ਇੰਪੋਰਟੈਂਟ ਨਹੀਂ ਹੈਗੇ ਇੰਨੇ। ਤਾਂ ਉਹ ਇੱਕ ਰੋਟੇਸ਼ਨ ਨੂੰ ਕੰਪਲੀਟ ਕਰਨ ਦੇ ਵਿੱਚ ਲੈਂਦੀ ਆ। ਰੋਟੇਸ਼ਨ ਦਾ ਮਤਲਬ ਕਿਵੇਂ ਹੈ ਉਹ ਤੁਹਾਨੂੰ ਆਪਾਂ ਨੇ ਬਚਪਨ ਤੋਂ ਪੜ੍ਹਿਆ ਹੋਇਆ, ਪਰ ਮੈਂ ਇੱਕ ਵਾਰੀ ਫੇਰ ਤੁਹਾਨੂੰ ਦੱਸ ਦਿੰਦਾ ਕਿ ਜਿਹੜੀ ਆਪਣੀ ਅਰਥ ਆ ਉਹ ਲਾਟੂ ਵਾਂਗੂ ਘੁੰਮਦੀ ਆ। ਕਦੇ ਤੁਸੀਂ ਲਾਟੂ ਘੁੰਮਦਾ ਹੋਇਆ ਦੇਖਿਆ ਹੋਵੇ, ਲਾਟੂ ਜਿਵੇਂ ਆਪਣੇ ਛੋਟੇ ਹੁੰਦੇ ਆਪਾਂ ਖੇਡਦੇ ਹੁੰਦੇ ਸੀ ਰੱਸੀ ਨਾਲ ਘੁਮਾ ਕੇ, ਤਾਂ ਉਹ ਆਪਣੇ ਆਪ ਵੀ ਘੁਮੇਰ, ਜਿਵੇਂ ਆਪਾਂ ਕਹਿੰਦੇ ਹਾਂ ਜਿਵੇਂ ਬੱਚੇ ਕਿੱਕਲੀ ਪਾਉਣ ਟਾਈਮ ਘੁੰਮਦੇ ਨੇ, ਉਹ ਉੱਦਾਂ ਵੀ ਘੁੰਮਦੀ ਹੈ। ਅਤੇ ਭਮੀਰੀ ਵਾਂਗੂ ਕਹਿ ਲਓ, ਜਿਵੇਂ ਭਮੀਰੀ ਘੁੰਮਦੀ ਹੁੰਦੀ ਆ ਗੋਲ ਗੋਲ, ਤਾਂ ਉਹ ਭਮੀਰੀ ਵਾਂਗੂ ਵੀ ਘੁੰਮਦੀ ਆ ਅਤੇ ਉਹ ਸੂਰਜ ਦੀ ਪਰਿਕਰਮਾ ਵੀ ਕਰਦੀ ਆ। ਤਾਂ ਜਿਹੜੀ ਇਹ ਭਮੀਰੀ ਵਾਂਗੂ ਆਪਣੇ ਧੁਰੇ ਦੁਆਲੇ ਘੁੰਮਦੀ ਆ ਉਹਨੂੰ ਆਪਾਂ ਰੋਟੇਸ਼ਨ ਕਹਿੰਦੇ ਆ। ਤਾਂ ਰੋਟੇਸ਼ਨ ਜਿਹੜੀ ਹੈਗੀ ਆ ਅਰਥ ਦੀ, ਇਹ 23 ਘੰਟੇ 56 ਮਿੰਟ 'ਚ ਪੂਰੀ ਹੁੰਦੀ ਹੈ। ਠੀਕ ਹੈ ਜੀ। ਤਾਂ ਇਸ ਤੋਂ ਬਿਨਾਂ ਆਪਾਂ ਉੱਕਾ ਬੁੱਕਾ ਜਿਹਾ ਆਪਾਂ 24 ਘੰਟੇ ਦਾ ਦਿਨ ਰਾਤ ਕਹਿ ਦਿੰਦੇ ਹਾਂ, ਬਟ ਬੇਸਿਕਲੀ ਜਾਣੀ ਜੇ ਆਪਾਂ ਪੁਆਇੰਟਾਂ ਦੇ ਵਿੱਚ ਜਾਈਏ, ਜੇ ਆਪਾਂ ਪ੍ਰੋਪਰ ਕੈਲਕੂਲੇਸ਼ਨ ਦੇ ਵਿੱਚ ਜਾਈਏ, ਤਾਂ ਇਹ 23 ਘੰਟੇ 56 ਮਿੰਟ ਕੁਝ ਸਕਿੰਟ ਦੀ ਹੁੰਦੀ ਆ। ਉਸ ਤੋਂ ਅੱਗੇ ਆ ਗਿਆ ਜੀ, ਕਹਿੰਦਾ ਜਿਹੜੀ ਅੱਗੇ ਪਰਿਕਰਮਾ ਆ ਗਈ, ਜਿਹਨੂੰ ਆਪਾਂ ਰੈਵੋਲਿਊਸ਼ਨ ਕਹਿੰਦੇ ਹਾਂ, ਜਿਹੜਾ ਆਪਾਂ ਇਹ ਜਿਹੜੇ ਸੂਰਜ ਦੇ ਆਲੇ ਦੁਆਲੇ ਗੇੜੇ ਕੱਢਦੀ ਆ, ਸੂਰਜ ਦੀ ਪਰਿਕਰਮਾ ਕਰਦੀ ਆ, ਉਹ ਇਹ ਲੈਂਦੀ ਆ 365 ਦਿਨ, ਜਿੰਨੇ ਆਪਣੇ ਸਾਲ ਦੇ ਵਿੱਚ ਤੁਹਾਨੂੰ ਪਤਾ ਦਿਨ ਹੀ ਹੁੰਦੇ ਨੇ। 365 ਦਿਨ 5 ਘੰਟੇ ਅਤੇ 48 ਮਿੰਟ, ਕੁੱਲ ਮਿਲਾ ਕੇ ਕੀ ਹੈ ਕਿ ਇਹ 365 ਦਿਨ ਅਤੇ 6 ਘੰਟੇ ਜਿਹੜੇ ਹੈਗੇ ਨੇ ਉੱਕੇ ਪੁੱਕੇ ਜੇ, ਉਹਨਾਂ ਦਾ ਸਮਾਂ ਲੈਂਦੀ ਆ ਆਪਣੀ ਪਰਿਕਰਮਾ ਪੂਰੀ ਕਰਨ ਲਈ। ਤਾਂ ਇਹ ਜਿਹੜੇ 6 ਘੰਟੇ ਨੇ ਇਹ ਹਰ ਸਾਲ 6 ਘੰਟੇ ਜਿਹੜੇ ਵੱਧਦੇ ਜਾਂਦੇ ਨੇ। ਤਾਂ ਮਤਲਬ ਕੀ ਆ, ਆਪਣਾ ਜਿਹੜਾ ਇੱਕ ਦਿਨ ਅਤੇ ਰਾਤ ਨੂੰ ਆਪਾਂ ਮਿਲਾ ਕੇ 24 ਘੰਟੇ ਮੰਨਦੇ ਹਾਂ, ਤਾਂ ਜਿਹੜਾ ਲੀਪ ਦਾ ਸਾਲ ਹੁੰਦਾ ਉਹ ਹਰ ਸਾਲ 4 ਸਾਲ ਬਾਅਦ ਹੀ, ਹਰ ਸਾਲ ਨਹੀਂ ਮਤਲਬ ਹਰ ਵਾਰ 4 ਸਾਲ ਬਾਅਦ ਹੀ ਕਿਉਂ ਆਉਂਦਾ ਹੈ, ਉਹ ਇਸੇ ਲਈ ਆਉਂਦਾ ਹੈ ਕਿ ਜਦੋਂ ਆਪਾਂ 6 ਚੌਕਾ 24 ਕਰਦੇ ਹਾਂ, ਤਾਂ ਜਦੋਂ ਉਹ 6 ਘੰਟੇ ਨੇ ਜਿਹੜੇ ਉਹ 4 ਵਾਰੀ ਇਕੱਠੇ ਹੋ ਜਾਂਦੇ ਨੇ, ਤਾਂ ਉਹ 24 ਘੰਟੇ ਦਾ ਇੱਕ ਪੂਰਾ ਦਿਨ ਬਣ ਜਾਂਦਾ ਹੈ। ਇਸ ਲਈ ਜਿਹੜਾ ਹਰ ਸਾਲ 6ਵਾਂ ਘੰਟਾ ਜਿਹੜਾ ਹੈਗਾ ਉਹ ਜੁੜ ਜਾਂਦਾ ਵਾ, ਤਾਂ 4 ਸਾਲ ਬਾਅਦ ਉਹ 24 ਘੰਟੇ ਟੋਟਲ ਬਣ ਜਾਂਦੇ ਨੇ ਅਤੇ ਪੂਰਾ ਇੱਕ ਦਿਨ ਬਣ ਜਾਂਦਾ। ਇਸੇ ਲਈ ਆਪਾਂ ਕਹਿੰਦੇ ਹਾਂ ਕਿ ਜਿਹੜਾ ਲੀਪ ਈਅਰ ਹੁੰਦਾ ਹੈ, ਜਿਹੜਾ ਲੀਪ ਦਾ ਸਾਲ ਹੁੰਦਾ ਹੈ, ਉਹਦੇ 'ਚ 366 ਦਿਨ ਹੁੰਦੇ ਨੇ। ਉਹਦੇ 'ਚ ਫਰਵਰੀ ਜਿਹੜੀ ਹੁੰਦੀ ਆ ਉਹ 29 ਦਿਨਾਂ ਦੀ ਹੁੰਦੀ ਆ। ਉਹ ਇਹਨਾਂ ਐਕਸਟਰਾ 6 ਆਵਰਸ, ਇਹ ਐਕਸਟਰਾ ਜਿਹੜੇ 6 ਘੰਟੇ ਨੇ ਸੋਰੀ, ਉਹਨਾਂ ਦੀ ਕਰਨੀ ਹੁੰਦੀ ਹੈ ਕਿ 6 ਘੰਟੇ ਨੇ ਜਿਹੜੇ ਇਹ 4 ਸਾਲ ਬਾਅਦ 24 ਘੰਟੇ ਬਣ ਕੇ ਪੂਰਾ ਇੱਕ ਦਿਨ ਬਣਾ ਦਿੰਦੇ ਨੇ, ਅਤੇ ਲੀਪ ਦਾ ਸਾਲ 366 ਦਿਨਾਂ ਦਾ ਹੋ ਜਾਂਦਾ ਹੈ। ਇਹ ਵੀ ਇੱਕ ਬਹੁਤ ਇੰਪੋਰਟੈਂਟ ਜਿਹੜਾ ਹੈਗਾ ਪੁਆਇੰਟ ਹੈ। ਆਪਾਂ ਨੂੰ ਸਕੂਲ ਟਾਈਮ ਇਹਨਾਂ ਚੀਜ਼ਾਂ ਦਾ ਸ਼ਾਇਦ ਨਾ ਦੱਸਿਆ ਜਾਵੇ ਇੰਨਾ ਡਿਟੇਲ ਦੇ ਵਿੱਚ, ਬਟ ਹੁਣ ਜਦੋਂ ਆਪਾਂ ਪੜ੍ਹ ਰਹੇ ਹਾਂ ਤਾਂ ਆਪਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਜਿਹੜਾ ਲੀਪ ਦਾ ਸਾਲ ਆ ਉਹ ਬਣਦਾ ਕਿੱਦਾਂ। ਇਸ ਲਈ ਇਹ ਜਿਹੜਾ ਹੈਗਾ ਕਾਫੀ ਇੰਪੋਰਟੈਂਟ ਪੁਆਇੰਟ ਜਿਹੜਾ ਹੈਗਾ ਉਹ ਬਣ ਜਾਂਦਾ ਹੈ। ਇਸ ਤੋਂ ਬਾਅਦ ਇੱਕ ਹੋਰ ਪੁਆਇੰਟ ਬਹੁਤ ਹੀ ਇੰਪੋਰਟੈਂਟ ਕਹਿ ਲਓ ਕਿ ਹੈਗਾ ਕਿ ਬਲੂ ਪਲੈਨਟ ਜਿਹੜਾ ਹੈਗਾ ਉਹ ਕਿਹਨੂੰ ਕਹਿੰਦੇ ਨੇ। ਬਲੂ ਪਲੈਨਟ ਦਾ ਮਤਲਬ ਕੀ ਹੈ, ਨੀਲੇ ਰੰਗ ਦਾ ਗ੍ਰਹਿ। ਤਾਂ ਨੀਲਾ ਗ੍ਰਹਿ ਵੀ ਜਿਹੜਾ ਹੈਗਾ ਉਹ ਆਪਣੀ ਧਰਤੀ ਮਾਤਾ ਨੂੰ ਕਹਿੰਦੇ ਨੇ, ਧਰਤੀ ਨੂੰ ਕਹਿੰਦੇ ਨੇ। ਕਿਉਂ ਕਹਿੰਦੇ ਨੇ? ਕਿਉਂਕਿ ਇਹਦੇ 'ਤੇ ਪਾਣੀ ਦੀ ਜਿਹੜੀ ਮਾਤਰਾ ਹੈ ਬਹੁਤ ਜ਼ਿਆਦਾ। ਤੁਹਾਨੂੰ ਪਤਾ ਹੈ ਕਿ 70 ਤੋਂ 71% ਜਿਹੜਾ ਹੈਗਾ ਉਹ ਪਾਣੀ ਜਿਹੜਾ ਹੈਗਾ ਧਰਤੀ ਦੇ ਸਰਫੇਸ ਦੇ ਉੱਤੇ ਹੈਗਾ। ਇਸ ਲਈ ਇਹ ਬਲੂ ਪਲੈਨਟ ਦੇ ਨਾਮ ਨਾਲ ਜਾਣਿਆ ਜਾਂਦਾ। ਇਹਨੂੰ ਵਾਟਰੀ ਪਲੈਨਟ ਵੀ ਕਹਿ ਦਿੰਦੇ ਨੇ। ਵਾਟਰੀ ਦਾ ਮਤਲਬ ਹੈ ਪਾਣੀ ਨਾਲ ਭਰਿਆ ਹੋਇਆ। ਤਾਂ ਵਾਟਰੀ ਪਲੈਨਟ ਅਤੇ ਬਲੂ ਪਲੈਨਟ ਨੇ ਜਿਹੜੇ, ਇਹ ਵੀ ਆਪਣੀ ਪ੍ਰਿਥਵੀ ਦੇ, ਆਪਣੀ ਧਰਤੀ ਦੇ ਹੀ ਨਾਂ ਨੇ। ਤਾਂ ਕਹਿੰਦਾ ਅਰਥ ਜਿਹੜਾ ਹੈਗਾ ਵਾ ਇਹਨੂੰ ਇੱਦਾਂ ਦਾ ਪਲੈਨਟ ਮੰਨਿਆ ਜਾਂਦਾ ਜਿਹੜਾ ਕਿ ਜੀਵਨ ਦਾਤਾ ਵਾ। ਜੀਵਨ ਦਾਤਾ ਮਤਲਬ ਕਿ ਇਹ ਇੱਥੇ ਜਿਹੜਾ ਹੈਗਾ ਜੀਵਨ ਸੰਭਵ ਹੈ। ਚਲੋ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿਉਂਕਿ ਆਪਾਂ ਵੀ ਧਰਤੀ 'ਤੇ ਹੀ ਰਹਿੰਦੇ ਹਾਂ, ਅਤੇ ਹੋਰ ਜੀਵ ਜੰਤੂ ਆਪਣੇ ਪੇੜ ਪੌਦੇ ਵੀ ਨੇ ਜਿਹੜੇ ਉਹ ਧਰਤੀ 'ਤੇ ਹੀ ਉਤਪੰਨ ਹੁੰਦੇ ਨੇ। ਤਾਂ ਇਹਦੇ 'ਚ ਸਫੀਸ਼ੈਂਟ ਅਮਾਊਂਟ ਦੇ ਵਿੱਚ ਕਹਿ ਲਓ ਕਿ ਲਾਰਜ ਕੁਆਂਟਿਟੀ ਦੇ ਵਿੱਚ ਪਾਣੀ ਅਤੇ ਜਿਹੜਾ ਆਕਸੀਜਨ ਆ
ਉਹ ਹੁੰਦੀ ਆ, ਅਤੇ ਆਕਸੀਜਨ ਅਤੇ ਪਾਣੀ ਆ ਜਿਹੜਾ, ਇਹ ਦੋਨੇ ਚੀਜ਼ਾਂ ਨੇ ਜਿਹੜੀਆਂ ਇਹ ਜੀਵਨ ਨੂੰ ਸ਼ੁਰੂ ਕਰਨ ਦੇ ਵਿੱਚ ਜਾਂ ਜੀਵਨ ਨੂੰ ਜਿਉਂਦਾ ਰੱਖਣ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਅਤੇ ਇਹ ਦੋਨੇ ਚੀਜ਼ਾਂ ਧਰਤੀ 'ਤੇ ਖੂਬ ਬਹੁਤ ਸਾਰੀ ਮਾਤਰਾ ਦੇ ਵਿੱਚ ਪਾਈਆਂ ਜਾਂਦੀਆਂ ਨੇ। ਇਸੇ ਲਈ ਜਿਹੜਾ ਹੈਗਾ ਜੀਵਨ ਹੈਗਾ ਵਾ, ਜ਼ਿੰਦਗੀ ਜਿਹੜੀ ਚੱਲ ਰਹੀ ਹੈ, ਇਹ ਧਰਤੀ 'ਤੇ ਸੰਭਵ ਹੋ ਪਾਈ ਹੈ। ਅਤੇ ਧਰਤੀ ਦਾ ਇੱਕ ਸੈਟੇਲਾਈਟ ਹੈ, ਉਹ ਹੈਗਾ ਵਾ ਮੂਨ, ਜਿਹਨੂੰ ਆਪਾਂ ਚੰਦਰਮਾ ਕਹਿੰਦੇ ਹਾਂ, ਚੰਦ ਮਾਮਾ ਕਹਿ ਦਿੰਦੇ ਨੇ ਨਿਆਣੇ ਕਵੀ ਨੇ ਜਿਹੜੇ, ਉਹ ਚੰਨ ਮਾਹੀ ਵੀ ਕਹਿ ਦਿੰਦੇ ਨੇ, ਬਹੁਤ ਸਾਰੇ ਨਾਮ ਨੇ ਇਹਦੇ। ਬਟ ਚੰਦਰਮਾ ਜਿਹੜਾ ਹੈਗਾ ਮੂਨ ਆ, ਉਹ ਧਰਤੀ ਦਾ ਇੱਕ ਕੁਦਰਤੀ ਸੈਟੇਲਾਈਟ ਹੈ, ਜਿਹੜਾ ਕਿ ਧਰਤੀ ਦੇ ਆਲੇ ਦੁਆਲੇ ਹੀ ਘੁੰਮਦਾ ਰਹਿੰਦਾ। ਇਹਦੇ ਬਾਰੇ ਆਪਾਂ ਅੱਗੇ ਪੜ੍ਹਾਂਗੇ। ਬਟ ਬੁੱਕ ਦੇ ਵਿੱਚ ਕੀ ਕੀਤਾ ਹੋਇਆ ਇਹਨਾਂ ਨੇ, ਬੁੱਕ ਦੇ ਵਿੱਚ ਜਿਹੜੀ ਧਰਤੀ ਆ ਇਹਨੂੰ ਗਾਹਾਂ ਜਿਵੇਂ ਮੂਨ ਐਕਸਪਲੇਨ ਕਰਤਾ, ਫਿਰ ਮੂਨ ਦੇ ਨਾਲ ਰਿਲੇਟਡ ਉਹ ਉਹਦੀਆਂ ਵਿਸ਼ੇਸ਼ਤਾਵਾਂ ਦੱਸਦੀਆਂ। ਬਟ ਆਪਾਂ ਕੀ ਆ, ਆਪਾਂ ਪਹਿਲਾਂ ਇੱਕ ਵਾਰੀ ਪਲੈਨਟਸ ਦਾ ਟੋਪਿਕ ਮੁਕਾ ਲਈਏ, ਉਸ ਤੋਂ ਬਾਅਦ ਆਪਾਂ ਧਰਤੀ ਦੇ ਜਿਹੜੇ ਹੋਰ ਫੀਚਰ ਨੇ, ਜਿਵੇਂ ਮੂਨ ਹੋ ਗਿਆ ਜਾਂ ਜੋ ਵੀ ਗ੍ਰਹਿਣ ਵਗੈਰਾ ਲੱਗਦੇ ਨੇ, ਉਹਨਾਂ ਨੂੰ ਆਪਾਂ ਨੈਕਸਟ ਪਾਰਟ ਦੇ ਵਿੱਚ ਕਰਦੇ ਹਾਂ, ਕਿਉਂਕਿ ਫਿਰ ਆਪਣਾ ਉਹ ਵਿੱਚ ਹੀ ਕਾਚਾ ਮਾਚਾ ਜਿਹਾ ਹੋ ਜਾਂਦਾ ਹੈ। ਤਾਂ ਇੱਕ ਵਾਰੀ ਆਪਾਂ ਲੜੀਵਾਰ ਜਿਹੜੇ ਹੈਗੇ ਨੇ ਪਲੈਨਟ ਨੇ, ਉਹ ਇੱਕ ਵਾਰੀ ਡਿਸਕਸ ਕਰ ਲਈਏ। ਉਸ ਤੋਂ ਬਾਅਦ ਆਪਾਂ ਮੂਨ ਦਾ ਟੋਪਿਕ ਆ ਜਿਹੜਾ, ਉਹ ਅਲੱਗ ਤੋਂ ਸ਼ੁਰੂ ਕਰ ਲਾਂਗੇ ਅਤੇ ਡਿਟੇਲ ਦੇ ਵਿੱਚ ਕਰਾਂਗੇ ਪੂਰੀ 'ਚ। ਤਾਂ ਆਪਾਂ ਹੁਣ ਅਗਲੇ ਪਲੈਨਟ ਬਾਰੇ ਪੜ੍ਹਦੇ ਹਾਂ। ਅੱਗੇ ਆ ਜਾਂਦਾ ਜੀ ਆਪਣਾ ਮਾਰਸ। ਮਾਰਸ ਬਾਰੇ ਕੁਛ ਜ਼ਿਆਦਾ ਇੰਪੋਰਟੈਂਟ ਪੁਆਇੰਟ ਨਹੀਂ ਹੈਗੇ ਪੇਪਰ ਪੁਆਇੰਟ ਆਫ ਵਿਊ ਤੋਂ। ਕੁਛ ਦੋ ਕੀ ਪੁਆਇੰਟ ਜਿਹੜੇ ਹੈਗੇ ਨੇ ਉਹਨਾਂ ਨੇ ਲਿਖੇ ਹੋਏ ਨੇ। ਪਹਿਲਾ ਹੈਗਾ ਜੀ ਆਇਰਨ ਜਿਹੜਾ ਹੈਗਾ ਮਾਰਸ ਦੇ ਉੱਤੇ, ਮਿੱਟੀ 'ਚ ਆਇਰਨ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਮਿੱਟੀ ਲਾਲ ਰੰਗ ਦੀ ਦਿਖਦੀ ਹੈ। ਅਤੇ ਜਿਹੜਾ ਇਹਦਾ ਆਪਣੇ ਮਾਰਸ ਦਾ ਸਕਾਈ ਆ, ਜਿਹੜਾ ਅਸਮਾਨ ਆ, ਉਹ ਆਪਣਾ ਗੁਲਾਬੀ ਰੰਗ ਦਾ, ਪਿੰਕ ਕਲਰ ਦਾ ਜਿਹੜਾ ਹੈਗਾ ਉਹ ਦਿਖਾਈ ਦਿੰਦਾ। ਇਸੇ ਕਰਕੇ ਜਿਹੜਾ ਮਾਰਸ ਹੈ ਇਹਨੂੰ ਰੈੱਡ ਪਲੈਨਟ, ਲਾਲ ਗ੍ਰਹਿ ਵੀ ਕਿਹਾ ਜਾਂਦਾ ਹੈ। ਤਾਂ ਕੁਐਸਚਨ ਆ ਜਾਂਦਾ ਕਈ ਵਾਰੀ ਕਿ ਰੈੱਡ ਪਲੈਨਟ ਕਿਹਨੂੰ ਕਹਿੰਦੇ ਨੇ, ਤਾਂ ਰੈੱਡ ਪਲੈਨਟ ਜਿਹੜਾ ਹੈਗਾ ਉਹ ਆਪਣੇ ਮੰਗਲ ਗ੍ਰਹਿ ਮਾਰਸ ਨੂੰ ਕਹਿੰਦੇ ਨੇ। ਅਤੇ ਜੇ ਬਲੂ ਪਲੈਨਟ ਆ ਜੇ ਤਾਂ ਤੁਸੀਂ ਯਾਦ ਰੱਖਣਾ, ਬਲੂ ਪਲੈਨਟ ਪ੍ਰਿਥਵੀ ਨੂੰ, ਅਰਥ ਨੂੰ ਕਹਿੰਦੇ ਨੇ, ਧਰਤੀ ਨੂੰ, ਕਿਉਂਕਿ ਉੱਥੇ ਪਾਣੀ ਦੀ ਮਾਤਰਾ ਜ਼ਿਆਦਾ ਹੈ। ਤਾਂ ਇਹ ਜਿਹੜੇ ਹੈਗੇ ਨੇ ਇਹ ਪੁਆਇੰਟ ਮਾਰਸ ਲਈ ਜਿਹੜੇ ਸੀਗੇ ਉਹ ਇੰਪੋਰਟੈਂਟ ਨੇ। ਇਸ ਤੋਂ ਬਿਨਾਂ ਇੱਕ ਹੋਰ ਪੁਆਇੰਟ ਹੈਗਾ ਕਿ ਜਿਹੜਾ ਫੋਬੋਸ ਅਤੇ ਡੈਮੋਸ ਹੈ, ਇਹ ਦੋ ਉਪਗ੍ਰਹਿ ਨੇ ਜਾਂ ਚੰਦਰਮਾ ਨੇ, ਸੈਟੇਲਾਈਟ ਨੇ ਕੁਦਰਤੀ, ਜਿਹੜੇ ਉਹ ਮਾਰਸ ਦੇ ਹੈਗੇ ਨੇ। ਤਾਂ ਜਿਵੇਂ ਆਪਣੀ ਧਰਤੀ ਦਾ ਮੂਨ ਹੈ, ਉਸੇ ਤਰ੍ਹਾਂ ਇਹ ਆਪਣੇ ਮਾਰਸ ਦੇ ਜਿਹੜੇ ਹੈਗੇ ਨੇ ਉਹ ਫੋਬੋਸ ਅਤੇ ਡੈਮੋਸ ਨੇ। ਤਾਂ ਇੰਨੇ ਕੁ ਜਿਹੜੇ ਪੁਆਇੰਟ ਨੇ ਉਹ ਤੁਸੀਂ ਮਾਰਸ ਬਾਰੇ ਯਾਦ ਰੱਖਣੇ ਨੇ। ਸੋ ਉਸ ਤੋਂ ਅੱਗੇ ਆ ਗਿਆ ਜੀ ਆਪਣਾ ਜੁਪੀਟਰ ਪਲੈਨਟ ਜੀ। ਤਾਂ ਜੁਪੀਟਰ ਜਿਹੜਾ ਹੈਗਾ ਇਹ ਲਾਰਜੈਸਟ ਪਲੈਨਟ ਆਫ ਸੋਲਰ ਸਿਸਟਮ ਆ। ਸਭ ਤੋਂ ਪਹਿਲਾਂ ਅਤੇ ਸਭ ਤੋਂ ਇੰਪੋਰਟੈਂਟ ਪੁਆਇੰਟ ਇਹੀ ਹੈ ਕਿ ਸਭ ਤੋਂ ਜਿਹੜਾ ਵੱਡਾ ਪਲੈਨਟ ਹੈ ਉਹ ਕਿਹੜਾ ਹੈ, ਤਾਂ ਉਹ ਜੁਪੀਟਰ ਹੈ। ਜਦੋਂ ਆਪਾਂ ਗੱਲ ਕਰਦੇ ਹਾਂ ਸਾਈਜ਼ ਦੇ ਹਿਸਾਬ ਨਾਲ ਗ੍ਰਹਿਆਂ ਦੀ ਸੀਕੁਐਂਸ ਦੀ, ਤਾਂ ਜੁਪੀਟਰ ਜਿਹੜਾ ਹੈਗਾ ਉਹ ਸਭ ਤੋਂ ਪਹਿਲੇ ਨੰਬਰ 'ਤੇ ਆਉਂਦਾ, ਸਭ ਤੋਂ ਵੱਡਾ ਹੈ। ਤਾਂ ਉਸ ਤੋਂ ਬਾਅਦ ਕਹਿੰਦਾ ਜੀ ਜੁਪੀਟਰ ਜਿਹੜਾ ਹੈਗਾ ਇਹਨੂੰ ਵਿੰਟਰ ਪਲੈਨਟ ਕਿਹਾ ਜਾਂਦਾ ਹੈ। ਇਹਨੂੰ ਵਿੰਟਰ ਦਾ ਮਤਲਬ ਹੁੰਦਾ ਜੀ ਸਰਦੀ, ਤਾਂ ਇਹਨੂੰ ਸਰਦ ਗ੍ਰਹਿ ਵੀ ਕਿਹਾ ਜਾਂਦਾ ਹੈ। ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਇਹਦਾ ਜਿਹੜਾ ਟੈਂਪਰੇਚਰ ਹੈ, ਉਹ ਐਵਰੇਜ ਟੈਂਪਰੇਚਰ ਜਿਹੜਾ ਹੈਗਾ ਵਾ ਇਹਦਾ, ਉਹ ਬਹੁਤ ਜ਼ਿਆਦਾ ਲੋਅ ਹੈ। ਇਹ -48 ਡਿਗਰੀ ਜਿਹੜਾ ਸੈਲਸੀਅਸ ਤੱਕ ਹੈਗਾ ਵਾ ਉਹ ਕਾਊਂਟ ਕੀਤਾ ਜਾਂਦਾ ਹੈ। ਤਾਂ ਇਸ ਲਈ ਇਹਨੂੰ ਵਿੰਟਰ ਪਲੈਨਟ ਵੀ ਕਿਹਾ ਜਾਂਦਾ ਹੈ। ਜੁਪੀਟਰ ਬਾਰੇ ਇੱਕ ਹੋਰ ਇੰਪੋਰਟੈਂਟ ਪੁਆਇੰਟ ਆ ਜੀ, ਕਾਫੀ ਵਾਰ ਪੇਪਰ ਦੇ ਵਿੱਚ ਦੇਖਣ ਨੂੰ ਮਿਲਿਆ, ਗੈਨੀਮੇਡ ਜਿਹੜਾ ਹੈਗਾ ਇਹਦਾ ਇੱਕ ਸੈਟੇਲਾਈਟ ਆ, ਇਹਦਾ ਮੂਨ ਹੈ ਆਪਣੇ ਜੁਪੀਟਰ ਦਾ। ਤਾਂ ਇਹ ਜਿਹੜਾ ਗੈਨੀਮੇਡ ਆ ਜੀ, ਇਹ ਸੋਲਰ ਸਿਸਟਮ ਦੇ ਵਿੱਚ ਸਾਰੇ ਸੈਟੇਲਾਈਟਸ ਨਾਲੋਂ ਵੱਡਾ ਹੈ। ਸਭ ਤੋਂ ਵੱਡਾ ਜਿਹੜਾ ਸੈਟੇਲਾਈਟ ਹੈ ਇਹ ਗੈਨੀਮੇਡ ਆ। ਅਤੇ ਕਿਹੜੇ ਗ੍ਰਹਿ ਦਾ ਹੈ? ਇਹ ਜੁਪੀਟਰ ਦਾ ਹੈ। ਤਾਂ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਬਣ ਸਕਦਾ ਹੈ, ਤਾਂ ਇਹਨੂੰ ਯਾਦ ਰੱਖਣਾ ਹੈ। ਹਾਂਜੀ, ਤਾਂ ਅੱਗੇ ਆ ਗਈ ਜੀ ਆਪਣੇ ਸੈਟਰਨ ਦੀ ਵਾਰੀ। ਸੈਟਰਨ ਜਿਹਨੂੰ ਆਪਾਂ ਸ਼ਨੀ ਗ੍ਰਹਿ ਵੀ ਕਹਿੰਦੇ ਹਾਂ। ਤਾਂ ਸੈਟਰਨ ਇਜ਼ ਦਾ ਸੈਕਿੰਡ ਲਾਰਜੈਸਟ ਪਲੈਨਟ ਇਨ ਦਾ ਸੋਲਰ ਸਿਸਟਮ। ਇਹ ਜੀ ਸੈਕਿੰਡ ਲਾਰਜੈਸਟ ਪਲੈਨਟ ਹੈ। ਜੁਪੀਟਰ ਤੋਂ ਬਾਅਦ ਦੂਜੇ ਨੰਬਰ ਦਾ ਸਭ ਤੋਂ ਵੱਡਾ ਜਿਹੜਾ ਪਲੈਨਟ ਆ ਸੋਲਰ ਸਿਸਟਮ ਦਾ, ਉਹ ਸੈਟਰਨ ਹੈ। ਤਾਂ ਸੈਟਰਨ ਦੇ ਆਲੇ ਦੁਆਲੇ ਇੱਕ ਰਿੰਗ ਬਣੀ ਹੋਈ ਆ, ਆਪਾਂ ਪਹਿਲਾਂ ਵੀ ਗੱਲ ਕੀਤੀ ਸੀ। ਤਾਂ ਇੱਕ ਛੱਲਾ ਬਣਿਆ ਹੋਇਆ ਵਾ ਸ਼ਨੀ ਗ੍ਰਹਿ ਦੇ ਆਲੇ ਦੁਆਲੇ। ਜਦੋਂ ਵੀ ਆਪਾਂ ਸੋਲਰ ਸਿਸਟਮ ਦੀ ਡਾਇਗਰਾਮ ਦੇਖਦੇ ਹਾਂ ਤਾਂ ਉਦੋਂ ਸਾਨੂੰ ਉਹ ਛੱਲਾ ਜਿਹੜਾ ਹੈਗਾ ਉਹ ਵਿਜ਼ੀਬਲ ਦਿਖਦਾ। ਤਾਂ ਉਹ ਕਾਹਦਾ ਹੈ? ਉਹ ਆਈਸ ਦਾ ਹੈ। ਆਈਸ ਮਤਲਬ ਬਰਫ਼, ਅਤੇ ਆਈਸ ਕਵਰਡ ਡਸਟ ਪਾਰਟੀਕਲ। ਤਾਂ ਬਰਫ਼ ਹੈ ਜਾਂ ਬਰਫ਼ ਦੇ ਨਾਲ ਜਿਹੜੇ ਹੈਗੇ ਨੇ ਡਸਟ ਪਾਰਟੀਕਲ ਨੇ, ਜਿਹੜੇ ਉਹਨਾਂ ਦੇ ਉੱਤੇ ਜਿਹੜੀ ਬਰਫ਼ ਪਈ ਹੋਈ ਆ ਉਹਨਾਂ ਨਾਲ ਕਵਰ ਹੋਏ ਹੋਏ ਨੇ। ਉਹ ਜਿੱਦਾਂ ਆਪਣਾ ਧੂੜ ਮਿੱਟੀ ਦੇ ਕਣ ਨੇ ਜਿਹੜੇ, ਉਹਨਾਂ ਦੇ ਉੱਤੇ ਬਰਫ਼ ਪੈ ਕੇ ਉਹ ਇੰਨੇ ਜ਼ਿਆਦਾ ਵਿਜ਼ੀਬਲ ਹੋ ਗਏ ਨੇ ਇਕੱਠੇ ਹੋ ਕੇ। ਤਾਂ ਉਹਨਾਂ ਦੀ ਇੱਕ ਰਿੰਗ ਬਣੀ ਹੋਈ ਆ ਆਪਣੇ ਸੈਟਰਨ ਦੇ ਆਲੇ ਦੁਆਲੇ। ਤਾਂ ਉਹ ਬਸ ਉਹਦੇ ਆਲੇ ਦੁਆਲੇ ਘੁੰਮਦੀ ਰਹਿੰਦੀ ਆ।
ਅੱਗੇ ਕਹਿੰਦਾ ਜੀ ਜਿਹੜਾ ਟਾਈਟਨ ਹੈ ਇਹ ਸਭ ਤੋਂ ਵੱਡਾ ਜਿਹੜਾ ਸੈਟੇਲਾਈਟ ਹੈ ਸੈਚਰਨ ਦਾ ਹੈਗਾ। ਤਾਂ ਟਾਈਟਨ ਜਿਹੜਾ ਹੈਗਾ ਇਹ ਸੈਚਰਨ ਦਾ ਜਿਹੜਾ ਹੈਗਾ ਤੁਹਾਡਾ ਸੈਟੇਲਾਈਟ ਹੈ। ਯਾਦ ਰੱਖਣਾ, ਕਈ ਵਾਰੀ ਪੇਪਰ 'ਚ ਕੰਬੀਨੇਸ਼ਨ ਵਾਲਾ ਕੁਐਸਚਨ ਆ ਜਾਂਦਾ ਵਾ, ਉਹਦੇ 'ਚ ਸੈਟੇਲਾਈਟਸ ਦਿੱਤੇ ਹੁੰਦੇ ਨੇ ਤਾਂ ਤੁਸੀਂ ਉਹਦੇ ਗ੍ਰਹਿਆਂ ਦੇ ਨਾਲ ਸਹੀ ਗ੍ਰਹਿ ਦੇ ਨਾਲ ਸਹੀ ਸੈਟੇਲਾਈਟ ਨੂੰ ਮੈਚ ਕਰਨਾ ਹੁੰਦਾ। ਤਾਂ ਇਸ ਚੀਜ਼ ਨੂੰ ਯਾਦ ਰੱਖਣਾ ਹੈ। ਜਿਹੜਾ ਟਾਈਟਨ ਹੈ ਇਹ ਲਾਰਜੈਸਟ ਸੈਟੇਲਾਈਟ ਹੈ ਸੈਚਰਨ ਦਾ। ਅੱਗੇ ਆ ਗਿਆ ਜੀ ਤੁਹਾਡਾ ਯੂਰੇਨਸ। ਕਹਿੰਦਾ ਯੂਰੇਨਸ ਇਜ਼ ਅਬਾਊਟ 4 ਟਾਈਮਜ਼ ਦਾ ਸਾਈਜ਼ ਆਫ ਦਾ ਅਰਥ। ਕਹਿੰਦਾ ਜੀ ਇਹ ਧਰਤੀ ਤੋਂ 4 ਗੁਣਾ ਵੱਡਾ ਹੈ, ਮਤਲਬ ਧਰਤੀ ਤੋਂ ਚੌਗੁਣਾ ਹੈ। ਮਤਲਬ ਕਿ ਇੱਕ ਯੂਰੇਨਸ ਪਲੈਨਟ ਤੋਂ ਆਪਾਂ 4 ਜਿਹੜੇ ਹੈਗੇ ਆ ਉਹ ਧਰਤੀ ਵਰਗੇ ਗ੍ਰਹਿ ਬਣਾ ਸਕਦੇ ਆ, ਇੰਨਾ ਵੱਡਾ ਇਹਦਾ ਸਾਈਜ਼ ਹੈ। ਤਾਂ ਕਹਿੰਦਾ ਇਹ ਰੰਗ ਦੇ ਵਿੱਚ ਹਰਾ ਹਰਾ ਜਿਹਾ ਦਿਖਾਈ ਦਿੰਦਾ, ਗ੍ਰੀਨਿਸ਼ ਦਿਖਾਈ ਦਿੰਦਾ ਹੈ, ਕਿਉਂਕਿ ਇਹਦੇ 'ਤੇ ਮਿਥੇਨ ਜਿਹੜੀ ਹੈਗੀ ਹੈ ਐਟਮੋਸਫੇਅਰ ਦੇ ਵਿੱਚੋਂ ਕਾਫੀ ਜ਼ਿਆਦਾ ਹੈ। ਤਾਂ ਮਿਥੇਨ ਗੈਸ ਦੀ ਮੌਜੂਦਗੀ ਕਰਕੇ ਇਹ ਹਰੇ ਰੰਗ ਦਾ ਜਿਹੜਾ ਹੈਗਾ ਉਹ ਦਿਖਾਈ ਦਿੰਦਾ ਹੈ। ਤਾਂ ਯੂਰੇਨਸ ਜਿਹੜਾ ਹੈਗਾ ਇਹ 1781 ਦੇ ਵਿੱਚ ਡਿਸਕਵਰ ਕੀਤਾ ਗਿਆ ਸੀ ਸਰ ਵਿਲੀਅਮ ਹਰਸਾਈਲ ਦੇ ਦੁਆਰਾ। ਅਤੇ ਜਿਹੜਾ ਯੂਰੇਨਸ ਆ ਇਹ ਸੂਰਜ ਤੋਂ 7ਵੇਂ ਨੰਬਰ ਦਾ ਪਲੈਨਟ ਆ, ਇਹ 7ਵੇਂ ਨੰਬਰ 'ਤੇ ਆਉਂਦਾ ਹੈ। ਅਤੇ ਇਸ ਤੋਂ ਬਿਨਾਂ ਇਹਦੇ ਬਾਰੇ ਇੱਕ ਹੋਰ ਇੰਪੋਰਟੈਂਟ ਗੱਲ ਜਿਹੜੀ ਯਾਦ ਰੱਖਣ ਵਾਲੀ ਹੈ ਉਹ ਇਹ ਬਣ ਜਾਂਦੀ ਆ ਵੀ ਜਿਹੜਾ ਯੂਰੇਨਸ ਆ ਇਹ ਪਹਿਲਾ ਇਹੋ ਜਿਹਾ ਪਲੈਨਟ ਸੀਗਾ ਜਿਹਨੂੰ ਆਪਣੀ ਟੈਲੀਸਕੋਪ ਦੀ ਮਦਦ ਨਾਲ, ਜਿਹੜੀ ਟੈਲੀਸਕੋਪ ਹੁੰਦੀ ਹੈ ਜਿਹੜੀ ਦੂਰਬੀਨ ਆਪਣੇ ਗ੍ਰਹਿ ਜਾਂ ਅੰਤਰਿਕਸ਼ ਦੇ ਵਿੱਚ ਦੇਖਣ ਵਾਸਤੇ, ਤਾਰੇ ਵਗੈਰਾ ਦੇਖਣ ਵਾਸਤੇ ਜਿਹੜੀ ਯੂਜ਼ ਹੁੰਦੀ ਹੈ, ਤਾਂ ਟੈਲੀਸਕੋਪ ਦੀ ਮਦਦ ਨਾਲ ਇਹਨੂੰ ਡਿਸਕਵਰ ਕੀਤਾ ਗਿਆ ਸੀ। ਇਸ ਤੋਂ ਬਿਨਾਂ ਇੱਕ ਹੋਰ ਪੁਆਇੰਟ ਹੈਗਾ ਕਿ ਜਿਹੜਾ ਯੂਰੇਨਸ ਆ ਇਹ 3 ਨੰਬਰ 'ਤੇ ਆਉਂਦਾ ਵਾ ਸਾਈਜ਼ ਦੇ ਹਿਸਾਬ ਨਾਲ। ਪਹਿਲੇ 'ਤੇ ਯੂਪੀਟਰ ਆਉਂਦਾ ਹੈ ਆਪਣਾ, ਦੂਜੇ 'ਤੇ ਤੁਹਾਡਾ ਆਉਂਦਾ ਹੈ ਆਪਣਾ ਸੈਚਰਨ, ਅਤੇ ਤੀਜੇ 'ਤੇ ਤੁਹਾਡਾ ਆ ਜਾਂਦਾ ਯੂਰੇਨਸ। ਤੋਂ ਬਿਨਾਂ ਕਹਿੰਦਾ ਜੀ ਜਿਹੜਾ ਯੂਰੇਨਸ ਆ ਇਹ ਬਹੁਤ ਜ਼ਿਆਦਾ ਠੰਡਾ ਹੈ, ਐਕਸਟ੍ਰੀਮਲੀ ਕੋਲਡ ਹੈ, ਅਤੇ ਇਹਦਾ ਜਿਹੜਾ ਸਰਫੇਸ ਟੈਂਪਰੇਚਰ ਹੈ ਉਹ 190 ਡਿਗਰੀ ਸੈਲਸੀਅਸ ਜਿਹੜਾ ਹੈਗਾ ਉਹਦੇ ਕਰੀਬ ਹੈ। ਅਤੇ ਯੂਰੇਨਸ ਜਿਹੜਾ ਹੈਗਾ ਇਹਦੇ ਆਲੇ ਦੁਆਲੇ 13 ਰਿੰਗਸ ਨੇ। ਜਿੱਦਾਂ ਆਪਣੇ ਸੈਟਰਨ ਦੇ ਆਲੇ ਦੁਆਲੇ ਵੀ ਰਿੰਗਸ ਨੇ, ਉੱਦਾਂ ਯੂਰੇਨਸ ਦੇ ਆਲੇ ਦੁਆਲੇ ਵੀ 13 ਰਿੰਗ ਨੇ, ਜਿਨ੍ਹਾਂ ਦੇ ਨਾਮ ਦਿੱਤੇ ਹੋਏ ਨੇ ਇਹਨਾਂ ਨੇ। ਤੁਸੀਂ ਇੱਕ ਵਾਰੀ ਪੜ੍ਹ ਲਿਓ, ਵੈਸੇ ਇੰਨਾ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ ਨਾਮ ਦਾ, ਬਟ ਰਿੰਗਸ ਦੀ ਜਿਹੜੀ ਕਾਊਂਟਿੰਗ ਹੈ ਇਹ ਤੁਸੀਂ ਯਾਦ ਰੱਖਣੀ ਹੈ ਕਿ ਯੂਰੇਨਸ ਦੇ ਆਲੇ ਦੁਆਲੇ 13 ਰਿੰਗਸ ਨੇ। ਇਸ ਤੋਂ ਬਾਅਦ ਜਿਹੜਾ ਅਗਲਾ ਇੰਪੋਰਟੈਂਟ ਪੁਆਇੰਟ ਆਉਂਦਾ ਹੈ ਉਹ ਇਹੀ ਆਉਂਦਾ ਹੈ ਕਿ ਯੂਰੇਨਸ ਜਿਹੜਾ ਹੈਗਾ ਉਹ ਈਸਟ ਤੋਂ ਵੈਸਟ ਜਿਹੜਾ ਹੈਗਾ ਉਹ ਰੋਟੇਟ ਕਰਦਾ ਹੈ। ਮਤਲਬ ਕੀ ਹੋ ਗਿਆ ਕਿ ਜਿੱਦਾਂ ਆਪਾਂ ਕਹਿ ਰਹੇ ਸੀ ਵੀਨਸ ਜਿਹੜਾ ਹੈਗਾ ਉਹ ਬਾਕੀਆਂ ਤੋਂ ਉਲਟ ਦਿਸ਼ਾ ਦੇ ਵਿੱਚ ਚੱਲਦਾ ਹੈ, ਤਾਂ ਉੱਦਾਂ ਹੀ ਜਿਹੜਾ ਯੂਰੇਨਸ ਹੈ ਇਹ ਵੀ ਉਲਟ ਦਿਸ਼ਾ ਦੇ ਵਿੱਚ ਹੀ ਚੱਲਦਾ ਹੈ ਵੀਨਸ ਦੇ ਵਾਂਗ। ਬਾਕੀ ਸਾਰੇ ਜਿਹੜੇ ਆਪਣੇ 6 ਗ੍ਰਹਿ ਨੇ ਉਹ ਦੂਸਰੀ ਦਿਸ਼ਾ ਦੇ ਵਿੱਚ ਚੱਲਦੇ ਨੇ। ਤਾਂ ਜਿਹੜੇ ਬਾਕੀ ਜਿਹੜੇ ਗ੍ਰਹਿ ਨੇ ਉਹ ਵੈਸਟ ਤੋਂ ਈਸਟ ਵੱਲ ਨੂੰ ਰੋਟੇਟ ਕਰਦੇ ਨੇ, ਅਤੇ ਜਿਹੜਾ ਯੂਰੇਨਸ ਆ ਅਤੇ ਤੁਹਾਡਾ ਵੀਨਸ ਹੈ ਜਿਨ੍ਹਾਂ ਦੀ ਨਸ ਦੇ ਵਿੱਚ ਪ੍ਰੋਬਲਮ ਹੈ, ਤੁਹਾਨੂੰ ਪਹਿਲਾਂ ਸੀ ਜਿਨ੍ਹਾਂ ਦੇ ਮਗਰ ਨਸ ਆਉਂਦੀ ਹੈ, ਉਹ ਜਿਹੜੇ ਹੈਗੇ ਆ ਉਹ ਈਸਟ ਤੋਂ ਵੈਸਟ ਜਿਹੜਾ ਹੈਗਾ ਉਹ ਰੋਟੇਟ ਕਰਦੇ ਆ। ਇਹ ਪੁਆਇੰਟ ਨੂੰ ਬਹੁਤ ਧਿਆਨ ਨਾਲ ਯਾਦ ਰੱਖਣਾ ਕਿਉਂਕਿ ਇਹ ਪੇਪਰ ਦੇ ਵਿੱਚ ਸਿੱਧਾ ਸਿੱਧਾ ਕੁਐਸਚਨ ਬਣ ਸਕਦਾ ਹੁੰਦਾ। ਉਸ ਤੋਂ ਬਾਅਦ ਜਿਹੜਾ ਹੈਗਾ ਜਿਹੜਾ ਯੂਰੇਨਸ ਦਾ ਐਕਸਿਸ ਦਾ ਮਤਲਬ ਹੁੰਦਾ ਧੁਰਾ, ਧੁਰੇ ਦਾ ਮਤਲਬ ਹੁੰਦਾ ਸੈਂਟਰ ਪੁਆਇੰਟ। ਇਹਦੀ ਜਿਹੜੀ ਇਨਕਲਾਈਨੇਸ਼ਨ ਦਾ ਮਤਲਬ ਹੁੰਦਾ ਹੈ ਝੁਕਿਆ ਹੋਇਆ ਵਾ ਜਾਂ ਉੱਠਿਆ ਹੋਇਆ ਵਾ, ਚਾਹੇ ਉਹਨੂੰ ਝੁਕਿਆ ਹੋਇਆ ਕਹਿ ਲਓ ਚਾਹੇ ਇੱਕ ਪਾਸੇ ਉੱਠਿਆ ਹੋਇਆ ਕਹਿ ਲਓ। ਬਟ ਰੌਲਾ ਕੀ ਹੈ ਕਿ ਇਹ ਟੇਢਾ ਹੈ। ਟੇਢਾ ਮਤਲਬ ਮੇਨ ਗੱਲ ਤਾਂ ਇਹ ਹੈ ਜੇ ਇੱਕ ਪਾਸੇ ਝੁਕਿਆ ਹੋਊਗਾ ਤਾਂ ਹੀ ਦੂਜੇ ਪਾਸੇ ਉੱਠਿਆ ਹੋਊਗਾ ਉਹਦਾ ਐਕਸਿਸ ਆ ਜਿਹੜਾ, ਤਾਂ ਇੱਕ ਪਾਸਿਓਂ ਇਹ ਟੇਢਾ ਵਾ ਤਾਂ ਇਹ ਇੱਦਾਂ ਲੱਗਦਾ ਹੈ ਕਿ ਜਿਵੇਂ ਲੰਮਾ ਜਿਹੜਾ ਹੈਗਾ ਉਹ ਪਿਆ ਵਾ ਇਹਦਾ ਐਕਸਿਸ ਆ ਜਿਹੜਾ। ਤਾਂ ਇਸ ਲਈ ਇਹਨੂੰ ਕਹਿੰਦਾ ਇੱਕ ਹੋਰ ਨਾਮ ਦਿੱਤਾ ਗਿਆ ਜਿਹਨੂੰ ਕਹਿੰਦੇ ਨੇ ਅ ਪਲੈਨਟ ਔਨ ਇਟਸ ਸਾਈਡ। ਇਸ ਤੋਂ ਅੱਗੇ ਆ ਗਿਆ ਜੀ ਤੁਹਾਡਾ ਨੈਪਚੂਨ, ਤੁਹਾਡਾ ਲਾਸਟ ਪਲੈਨਟ, ਤੁਹਾਡਾ ਆਖਰੀ ਪਲੈਨਟ ਆ ਜਿਹੜਾ ਸੋਲਰ ਸਿਸਟਮ ਦਾ। ਤਾਂ ਕਹਿੰਦਾ ਵੀ ਨੈਪਚੂਨ ਜਿਹੜਾ ਹੈਗਾ ਉਹ 8ਵਾਂ ਪਲੈਨਟ ਆ ਸੋਲਰ ਸਿਸਟਮ ਦਾ। ਤਾਂ ਦਾ ਟੈਂਪਰੇਚਰ ਔਨ ਦਾ ਸਰਫੇਸ ਆਫ ਨੈਪਚੂਨ ਰਮੇਨਜ਼ ਲੋ। ਤਾਂ ਇਹਦਾ ਜਿਹੜਾ ਟੈਂਪਰੇਚਰ ਆ ਉਹ ਕਾਫੀ ਠੰਡਾ ਰਹਿੰਦਾ। ਉਹ ਬਹੁਤ ਹੀ ਸਿੰਪਲ ਜੀ ਗੱਲ ਹੈ ਕਿਉਂਕਿ ਜਿਹੜਾ ਨੈਪਚੂਨ ਆ ਇਹ ਸਭ ਤੋਂ ਦੂਰ ਹੈ, ਸਾਰੇ ਗ੍ਰਹਿਆਂ ਤੋਂ ਦੂਰ ਹੈ ਸੂਰਜ ਨਾਲੋਂ। ਠੀਕ ਹੈ ਜੀ, ਜਿੱਦਾਂ ਮਰਕਰੀ ਸਭ ਤੋਂ ਨੇੜੇ ਆ ਉੱਦਾਂ ਸੀਕੁਐਂਸ ਦੇ ਵਿੱਚ ਸਾਰੇ ਗ੍ਰਹਿ ਲੱਗੇ ਹੋਏ ਨੇ। ਤਾਂ ਜਿਹੜਾ ਨੈਪਚੂਨ ਆ ਉਹ ਸਭ ਤੋਂ ਲਾਸਟ ਦੇ ਵਿੱਚ ਆਉਂਦਾ। ਤਾਂ ਇਹਦੇ ਤੱਕ ਜਿਹੜੀ ਹੈਗੀ ਆ ਸੂਰਜ ਦੀ ਗਰਮੀ ਬਹੁਤ ਘੱਟ ਮਾਤਰਾ 'ਚ ਪਹੁੰਚਦੀ ਆ, ਜਾਂ ਕਹਿ ਲਓ ਕਿ ਪਹੁੰਚਦੀ ਉਹ ਨਹੀਂ ਹੈਗੀ। ਇਸ ਲਈ ਕੀ ਹੋ ਜਾਂਦਾ ਹੈ ਕਿ ਜਿਹੜਾ ਇਹ ਨੈਪਚੂਨ ਆ ਇਹ ਕਾਫੀ ਠੰਡਾ ਰਹਿੰਦਾ ਵਾ। ਤਾਂ ਨੈਪਚੂਨ ਇਜ਼ ਵੈਰੀ ਸਿਮੀਲਰ ਟੂ ਯੂਰੇਨਸ ਐਂਡ ਕੈਨ ਬੀ ਕੰਸੀਡਰਡ ਐਜ਼ ਇਟਸ ਟਵਿਨ। ਤਾਂ ਜਿੱਦਾਂ ਆਪਾਂ ਵੀਨਸ ਆ ਜਿਹੜਾ ਉਹਨੂੰ ਧਰਤੀ ਦਾ ਜੁੜਵਾ ਭੈਣ ਭਾਈ ਕਹਿੰਦੇ ਆ, ਉੱਦਾਂ ਹੀ ਕਹਿੰਦੇ ਜਿਹੜਾ ਨੈਪਚੂਨ ਆ ਇਹ ਯੂਰੇਨਸ ਵਰਗਾ ਹੈ ਸ਼ਕਲ ਸੂਰਤ ਤੋਂ।
ਤਾਂ ਯੂਰੇਨਸ ਦੇ ਨਾਲ ਆਪਾਂ ਇਹਨੂੰ ਯੂਰੇਨਸ ਦਾ ਟਵਿਨ ਕਹਿ ਸਕਦੇ ਹਾਂ, ਜੁੜਵਾ ਭੈਣ ਭਰਾ ਆਪਾਂ ਯੂਰੇਨਸ ਦਾ ਜਿਹੜਾ ਹੈਗਾ ਉਹ ਨੈਪਚੂਨ ਨੂੰ ਕਹਿ ਸਕਦੇ ਹਾਂ। ਤਾਂ ਇਹ ਵੀ ਇੱਕ ਇੰਪੋਰਟੈਂਟ ਪੁਆਇੰਟ ਹੋ ਜਾਂਦਾ। ਉਸ ਤੋਂ ਬਾਅਦ ਕਹਿੰਦਾ ਵਾ ਜਿਹੜਾ ਨੈਪਚੂਨ ਹੈ ਇਹ ਸਰਾਊਂਡਡ ਬਾਏ ਮੀਥੇਨ ਰਿੰਗਸ ਆਫ ਸਬ ਜ਼ੀਰੋ ਟੈਂਪਰੇਚਰ। ਤਾਂ ਇਹ ਜਿਹੜਾ ਹੈਗਾ ਬਹੁਤ ਹੀ ਠੰਡੀਆਂ, ਜ਼ੀਰੋ ਟੈਂਪਰੇਚਰ ਨਾਲੋਂ ਵੀ ਠੰਡੀਆਂ ਜਿਹੜੀਆਂ ਰਿੰਗਸ ਨੇ, ਜਿਹੜੇ ਛੱਲੇ ਨੇ ਮਿਥੇਨ ਗੈਸ ਦੇ ਬਣੇ ਹੋਏ, ਉਹਦੇ ਨਾਲ ਜਿਹੜਾ ਹੈਗਾ ਵਾ ਇਹ ਤੁਹਾਡਾ ਨੈਪਚੂਨ ਆ ਉਹ ਘਿਰਿਆ ਹੋਇਆ ਵਾ। ਤਾਂ ਇਹ ਸੀਗਾ ਜੀ ਤੁਹਾਡਾ ਸੋਲਰ ਸਿਸਟਮ। ਇਹਦੇ 'ਚ ਆਪਾਂ ਨੇ 8 ਪਲੈਨਟ ਨੇ ਜਿਹੜੇ ਉਹ ਕਰ ਲਏ ਨੇ ਕੰਪਲੀਟ। ਤਾਂ ਹੁਣ ਅੱਗੇ ਆਪਾਂ ਇੱਕ ਛੋਟਾ ਜਿਹਾ ਲੈਕਚਰ ਲਾਵਾਂਗੇ ਪਲੂਟੋ 'ਤੇ, ਕਿਉਂਕਿ ਹੁਣ ਪਲੂਟੋ ਨੂੰ ਆਪਾਂ ਪਲੈਨਟ ਦੀ ਕੈਟਾਗਰੀ 'ਚ ਨਹੀਂ ਰੱਖਦੇ, ਇਸ ਲਈ ਪਲੂਟੋ ਦਾ ਜਿਹੜਾ ਟੌਪਿਕ ਆ ਆਪਾਂ ਉਹ ਵੀ ਅਲੱਗ ਹੀ ਰੱਖਿਆ ਵਾ ਤਾਂ ਕਿ ਤੁਸੀਂ ਕਨਫਿਊਜ਼ ਨਾ ਹੋਵੋ। ਤਾਂ ਪਲੂਟੋ ਦਾ ਇੱਕ ਛੋਟਾ ਜਿਹਾ ਲੈਕਚਰ ਅਗਲੇ ਆਪਾਂ ਵੀਡੀਓ ਦੇ ਵਿੱਚ ਲਾਵਾਂਗੇ। ਤਾਂ ਤਦ ਤੱਕ ਦੇ ਲਈ ਤੁਸੀਂ ਵੀਡੀਓ ਨੂੰ ਦੇਖੋ। ਅੱਜ ਲੰਬੀ ਹੋ ਗਈ ਹੈ ਵੀਡੀਓ ਕਾਫੀ, ਬਟ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਪੇਪਰ ਪੁਆਇੰਟ ਆਫ ਵਿਊ ਤੋਂ। ਤੁਸੀਂ ਇਹਨੂੰ ਧਿਆਨ ਨਾਲ ਦੇਖਣਾ ਹੈ। ਨੋਟਸ ਵੀ ਬਣਾਉਣੇ ਨੇ ਇੰਪੋਰਟੈਂਟ ਪੁਆਇੰਟਸ ਦੇ, ਜਿੱਦਾਂ ਨੇਮ ਵਗੈਰਾ ਜਾਂ ਜੋ ਵੀ ਇੰਪੋਰਟੈਂਟ ਹਾਈਲਾਈਟਡ ਪੁਆਇੰਟ ਹੁੰਦੇ ਨੇ ਉਹਨਾਂ ਦੇ ਨੋਟਸ ਬਣਾਉਣੇ ਨੇ। ਅਤੇ ਵੀਡੀਓ ਨੂੰ ਸ਼ੇਅਰ ਕਰਨਾ ਹੈ ਅਤੇ ਚੈਨਲ ਨੂੰ ਕਰਨਾ ਸਬਸਕ੍ਰਾਈਬ, ਅਤੇ ਆਪਣੇ ਫਰੈਂਡਸ ਤੋਂ ਵੀ ਕਰਾਉਣਾ। ਅਤੇ ਆਪਾਂ ਮਿਲਦੇ ਹਾਂ ਹੁਣ ਨੈਕਸਟ ਲੈਕਚਰ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਅਤੇ ਜਿਉਂਦੇ ਵਸਦੇ ਰਹੋ।